जो ਗਲਾਤੀਆਂ ਦੀ ਪੋਥੀ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ ਉਹ ਬੜੀਆਂ ਸਿਸਟਮੈਟਿਕਲੀ ਲਿਖੀਆਂ ਗਈਆਂ। ਉਹ ਈਵਨ ਦੋ ਕਿ ਪੋਥੀਆਂ ਛੋਟੀਆਂ ਆ, ਪਰ ਇਹਨਾਂ ਦੇ ਵਿੱਚ ਸਾਡੇ ਸਵਾਲਾਂ ਦੇ ਜਵਾਬ ਬਹੁਤ, ਜਿਹੜੇ ਸਵਾਲ ਅਸੀਂ ਕਰਦੇ ਹਾਂ, ਕਿਉਂਕਿ ਇਹ ਪੋਥੀਆਂ ਜਿਹੜੀਆਂ ਲਿਖੀਆਂ ਗਈਆਂ ਇਹ ਉਹਨਾਂ ਲੋਕਾਂ ਦੇ ਲਈ ਲਿਖੀਆਂ ਗਈਆਂ ਜਿਹੜੇ ਯਹੂਦੀ ਨਹੀਂ ਸੀ, ਜਿਨ੍ਹਾਂ ਦੇ ਵਿੱਚ ਹਾਲੇ ਪ੍ਰਭੂ ਦਾ ਸ਼ਬਦ ਗਿਆ ਹੀ ਸੀ। ਔਰ ਇਸ ਜਿਹੜੀ ਪੋਥੀ ਸੀ, ਤੁਸੀਂ ਇਹ ਕਹਿ ਸਕਦੇ ਆ ਕਿ ਇਸ ਪੋਥੀ ਦੇ ਰਾਹੀਂ ਯੂਰਪ ਦੇ ਵਿੱਚ ਪ੍ਰਭੂ ਦਾ ਵਚਨ ਪਹਿਲੀ ਵਾਰੀ ਲਾਂਚ ਹੋਇਆ। ਸੋ ਅਸੀਂ ਦੋ ਤਿੰਨ ਚੀਜ਼ਾਂ ਦੇਖਾਂਗੇ ਕਿ ਜਿਹੜੇ ਲੋਕ ਗੌਲ ਆ ਉਹ ਕੌਣ ਆ, ਉੱਥੇ ਪ੍ਰਭੂ ਨੂੰ ਸਵੀਕਾਰ ਕਿਹਨੇ ਕੀਤਾ, ਚਰਚ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਔਰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਾਂਗੇ ਕਿ ਚਰਚ ਦੀ ਸ਼ੁਰੂਆਤ ਜਿਹੜੀ ਪ੍ਰਭੂ ਨੇ ਕੀਤੀ ਉਸ ਇਲਾਕੇ ਦੇ ਵਿੱਚ, ਉਸ ਤੋਂ ਪਹਿਲਾਂ ਪ੍ਰਭੂ ਨੂੰ ਕਿੰਨੀ ਚਰਚ ਦੇ ਵਿੱਚ ਸਫਾਈ ਕਰਨੀ ਪਈ, ਆਪਣੇ ਲੋਕਾਂ ਦੇ ਵਿੱਚ ਉਸ ਨੂੰ ਕਿੰਨੀ ਸਫਾਈ ਕਰਨੀ ਪਈ। ਮੇਰੇ ਨਾਲ ਚੇਲਿਆਂ ਦੀ ਕਿਤਾਬ ਦੇ ਵਿੱਚ ਆ ਜਾਓ, ਔਰ ਉੱਥੋਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਥੋੜੀਆਂ ਜਿਹੀਆਂ ਚੀਜ਼ਾਂ ਦੇਖਾਂਗੇ। ਔਰ ਸਾਨੂੰ ਜਿਸ ਤਰ੍ਹਾਂ ਪਤਾ ਆ ਕਿ ਸੰਤ ਪੌਲ ਵੀ ਦੂਜੀਆਂ ਕੌਮਾਂ ਨੂੰ ਪ੍ਰਭੂ ਦਾ ਵਚਨ ਸੁਣਾਉਂਦੇ ਸੀਗੇ, ਔਰ ਇਸੇ ਤਰ੍ਹਾਂ ਪਤਰਸ ਵੀ ਦੂਸਰੀਆਂ ਕੌਮਾਂ ਨੂੰ ਪ੍ਰਭੂ ਦਾ ਵਚਨ ਸੁਣਾਉਂਦੇ ਸੀਗੇ, ਔਰ ਉਹ ਲੋਕ ਪ੍ਰਭੂ ਤੋਂ ਆ ਰਹੇ ਸੀਗੇ। ਔਰ ਇੱਕ ਬਹੁਤ ਵੱਡੀ ਬਹਿਸ ਚਰਚ ਦੇ ਵਿੱਚ ਚੱਲ ਪਈ ਕਿ ਕੀ ਹੁਣ ਉਹਨਾਂ ਲੋਕਾਂ ਨੂੰ ਪਹਿਲਾਂ ਯਹੂਦੀ ਬਣਨਾ ਪੈਣਾ ਤੇ ਫਿਰ ਉਹ ਮਸੀਹੀ ਬਣਨਗੇ, ਜਾਂ ਕੋਈ ਵੀ ਇਨਸਾਨ ਜਿਹੜਾ ਆ ਉਹ ਜਿੱਥੇ ਬੈਠਾ, ਜਿੱਥੇ ਵੀ ਆਦਮ ਦਾ ਬੱਚਾ ਬੈਠਾ ਆ, ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਡਾਇਰੈਕਟ ਆ ਸਕਦਾ। ਔਰ ਇਸ ਦੇ ਨਾਲ ਚਰਚ ਦੇ ਵਿੱਚ ਦੋ ਧੜੇ ਉੱਥੇ ਹੋ ਗਏ। ਇੱਕ ਧੜਾ ਉਹਨਾਂ ਲੋਕਾਂ ਦਾ ਜਿਹੜੇ ਫਰੀਸੀ ਸਦੂਕੀ ਧਰਮ ਗ੍ਰੰਥੀ ਜਿਹੜੇ ਪ੍ਰਭੂ ਦੇ ਕੋਲ ਆਏ ਸੀ, ਔਰ ਉਹਨਾਂ ਦੇ ਆਪਣੇ ਵਿਚਾਰ ਸੀ ਜਿਹੜੇ ਉਹ ਪਿੱਛੋਂ ਲੈ ਕੇ ਆਏ ਸੀ। ਦੂਸਰਾ ਧੜਾ ਉਹ ਬਣ ਗਿਆ ਜਿਹੜੇ ਗਰੀਬ ਯਹੂਦੀ ਪ੍ਰਭੂ ਦੇ ਕੋਲ ਆਏ ਸੀ, ਔਰ ਪ੍ਰਭੂ ਨੇ ਉਹਨਾਂ ਨੂੰ ਐਲੀਵੇਟ ਕੀਤਾ ਸੀ, ਉਹਨਾਂ ਨੂੰ ਪ੍ਰਭੂ ਨੇ ਉੱਚਾ ਉਠਾੜਿਆ ਸੀ। ਔਰ ਜੋ ਉਹਨਾਂ ਦੇ ਅੰਦਰ ਦਇਆ ਸੀ, ਜੋ ਪ੍ਰਭੂ ਨੇ ਉਹਨਾਂ ਨੂੰ ਦਇਆ ਦਿਖਾਈ, ਜੋ ਉਹਨਾਂ ਨੂੰ ਦਇਆ ਦਿਖਾਈ, ਜੋ ਪ੍ਰਭੂ ਨੇ ਉਹਨਾਂ ਨੂੰ ਰਹਿਮ ਦਿਖਾਇਆ, ਉਹਨਾਂ ਨੇ ਉਹੀ ਰਹਿਮ ਜਿਹੜਾ ਆ ਉਹ ਦੂਸਰੀਆਂ ਕੌਮਾਂ ਨੂੰ ਦਿਖਾਉਣਾ ਸ਼ੁਰੂ ਕੀਤਾ। ਸੋ ਝਗੜਾ ਹੋ ਗਿਆ। ਚਰਚ ਦੀ ਸਭ ਤੋਂ ਪਹਿਲੀ ਜਿਹੜੀ ਮੀਟਿੰਗ ਹੋਈ ਆ ਉਹ ਅਸੀਂ ਚੇਲਿਆਂ ਦੇ ਕਿਤਾਬ ਦੇ 15ਵੇਂ ਭਾਵ ਦੇ ਵਿੱਚ ਪੜ੍ਹਦੇ ਹਾਂ। ਸੋ ਮੇਰੇ ਨਾਲ ਕੋਈ ਜਾਣਾ 15ਵਾਂ ਭਾਵ ਚੇਲਿਆਂ ਦੀ ਕਿਤਾਬ, ਉਸ ਦੀ ਇੱਕ ਆਇਤ ਤੋਂ ਲੈ ਕੇ ਅਸੀਂ 21 ਆਇਤ ਤੱਕ ਦੇਖਾਂਗੇ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਔਰ ਪੰਨਾ ਹੈ 236 ਪੰਨਾ ਆ। ਯਰੂਸ਼ਲਮ ਵਿੱਚ ਵਿਸ਼ਵਾਸ ਸੰਗਤ ਦੀ ਸਭਾ, ਕੁਝ ਲੋਕੀ ਯਹੂਦੀਆਂ ਤੋਂ ਆ ਕੇ ਭਰਾਵਾਂ ਨੂੰ ਸਿਖਾਉਣ ਲੱਗੇ, ਜੇਕਰ ਤੁਹਾਡੀ ਮੂਸਾ ਦੀ ਵਿਵਸਥਾ ਅਨੁਸਾਰ ਸੁੰਨਤ ਨਹੀਂ ਹੋਈ ਤਾਂ ਤੁਹਾਡੀ ਮੁਕਤੀ ਵੀ ਨਹੀਂ ਹੋ ਸਕਦੀ। ਇਸ ਤੇ ਪੌਲੁਸ ਅਤੇ ਬਰਨਾਬਾਸ ਦਾ ਉਹਨਾਂ ਨਾਲ ਬਹੁਤ ਝਗੜਾ ਅਤੇ ਬਹਿਸ ਮੁਬਾਹਸਾ ਹੋਇਆ। ਇਸ ਲਈ ਇਹ ਫੈਸਲਾ ਹੋਇਆ ਕਿ ਪੌਲੁਸ, ਬਰਨਾਬਾਸ ਅਤੇ ਉਹਨਾਂ ਵਿੱਚੋਂ ਕੁਝ ਆਦਮੀ ਇਸ ਪ੍ਰਸ਼ਨ ਦੇ ਸਹੀ ਉੱਤਰ ਲਈ ਯਰੂਸ਼ਲਮ ਵਿੱਚ ਬਜ਼ੁਰਗਾਂ ਅਤੇ ਪ੍ਰਮੁੱਖ ਚੇਲਿਆਂ ਕੋਲ ਜਾਣ। ਉਹਨਾਂ ਨੂੰ ਸੰਗਤ ਨੇ ਉਹਨਾਂ ਦੇ ਰਾਹ ਤੋਰਿਆ। ਉਹਨਾਂ ਨੇ ਫੀਨੀਕੇ ਅਤੇ ਸਾਮਰੀਆ ਦੇ ਵਿੱਚੋਂ ਦੀ ਯਾਤਰਾ ਕੀਤੀ। ਉੱਥੇ ਦੂਜੀਆਂ ਕੌਮਾਂ ਦੇ ਨਿਸ਼ਚਾ ਬਦਲੀ ਬਾਰੇ ਸਭ ਕੁਝ ਦੱਸਿਆ, ਜਿਸ ਤੇ ਭਰਾਵਾਂ ਨੂੰ ਬਹੁਤ ਖੁਸ਼ੀ ਹੋਈ। ਜਦੋਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਉੱਥੇ ਵਿਸ਼ਵਾਸ ਸੰਗਤ ਅਤੇ ਪ੍ਰਮੁੱਖ ਚੇਲਿਆਂ ਨੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਨੇ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਰ ਨੇ ਉਹਨਾਂ ਰਾਹੀਂ ਕੀਤਾ ਸੀ। ਇਸ ਤੇ ਫਰੀਸੀ ਦਲ ਦੇ ਕੁਝ ਲੋਕੀ ਜਿਹੜੇ ਵਿਸ਼ਵਾਸੀ ਹੋ ਚੁੱਕੇ ਸਨ ਖੜੇ ਹੋ ਕੇ ਬੋਲੇ, ਉਹਨਾਂ ਦੀ ਸੁੰਨਤ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਆਗਿਆ ਦੇਣੀ ਚਾਹੀਦੀ ਹੈ ਕਿ ਉਹ ਮੂਸਾ ਦੀ ਵਿਵਸਥਾ ਦੀ ਪਾਲਣਾ ਕਰਨ। ਇਸ ਪ੍ਰਸ਼ਨ ਦੇ ਵਿਚਾਰ ਕਰਨ ਲਈ ਪ੍ਰਮੁੱਖ ਚੇਲੇ ਅਤੇ ਬਜ਼ੁਰਗ ਇਕੱਠੇ ਹੋਏ। ਬਹੁਤ ਬਹਿਸ ਮੁਬਾਹਸੇ ਦੇ ਪਿੱਛੋਂ ਪਤਰਸ ਨੇ ਉੱਠ ਕੇ ਕਿਹਾ, ਭਰਾਵੋ, ਤੁਹਾਨੂੰ ਪਤਾ ਹੀ ਹੈ ਕਿ ਸ਼ੁਰੂ ਵਿੱਚ ਹੀ ਪਰਮੇਸ਼ਰ ਨੇ
ਮੈਨੂੰ ਤੁਹਾਡੇ ਵਿੱਚੋਂ ਚੁਣ ਲਿਆ ਸੀ ਕਿ ਦੂਜੀਆਂ ਕੌਮਾਂ ਦੇ ਲੋਕ ਮੇਰੇ ਮੂੰਹ ਦੁਆਰਾ ਸ਼ੁਭ ਸਮਾਚਾਰ ਸੁਣਨ, ਵਚਨ ਸੁਣਨ ਅਤੇ ਵਿਸ਼ਵਾਸ ਕਰਨ। ਦਿਲਾਂ ਦੇ ਜਾਣੂ ਪਰਮੇਸ਼ਰ ਨੇ ਸਾਡੇ ਵਾਂਗੂ ਹੀ ਉਹਨਾਂ ਨੂੰ ਪਵਿੱਤਰ ਆਤਮਾ ਦੇ ਕੇ ਉਹਨਾਂ ਨੂੰ ਸਵੀਕ੍ਰਿਤ ਕੀਤਾ। ਉਸ ਨੇ ਸਾਡੇ ਅਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰੱਖਿਆ ਅਤੇ ਵਿਸ਼ਵਾਸ ਦੁਆਰਾ ਉਹਨਾਂ ਦੇ ਮਨ ਸ਼ੁੱਧ ਕੀਤੇ ਹਨ। ਸੋ ਫਿਰ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਅਤੇ ਚੇਲਿਆਂ ਦੇ ਮੋਢਿਆਂ ਉੱਤੇ ਉਹ ਭਾਰ ਕਿਉਂ ਰੱਖਦੇ ਹੋ ਜਿਸ ਨੂੰ ਨਾ ਅਸੀਂ ਅਤੇ ਨਾ ਹੀ ਤੁਹਾਡੇ ਪੁਰਖੇ ਸਹਿ ਸਕੇ। ਸਾਡਾ ਵਿਸ਼ਵਾਸ ਹੈ ਕਿ ਪ੍ਰਭੂ ਯਿਸੂ ਉਹਦੀ ਕਿਰਪਾ ਦੁਆਰਾ ਜਿਸ ਤਰ੍ਹਾਂ ਸਾਡੀ ਮੁਕਤੀ ਹੈ ਉਸੇ ਤਰ੍ਹਾਂ ਉਹਨਾਂ ਦੀ ਵੀ ਹੈ। ਇਸ ਤੇ ਸਾਰੀ ਸਭਾ ਚੁੱਪ ਹੋ ਗਈ ਅਤੇ ਬਰਨਾਬਾਸ ਤੇ ਪੌਲੁਸ ਦਾ ਸਭ ਹਾਲ ਸੁਣਨ ਲੱਗੀ ਕਿ ਪਰਮੇਸ਼ਰ ਨੇ ਉਹਨਾਂ ਦੁਆਰਾ ਕਿਸ ਤਰ੍ਹਾਂ ਦੂਜੀਆਂ ਕੌਮਾਂ ਵਿੱਚ ਮਹਾਨ ਚਿੰਨ੍ਹ ਅਤੇ ਚਮਤਕਾਰ ਕੀਤੇ ਹਨ। ਫਿਰ ਜਦੋਂ ਉਹ ਚੁੱਪ ਹੋ ਗਏ ਤਾਂ ਯਾਕੂਬ ਨੇ ਕਹਿਣਾ ਸ਼ੁਰੂ ਕੀਤਾ, ਭਰਾਵੋ ਮੇਰੀ ਗੱਲ ਸੁਣੋ। ਸ਼ਮੂਨ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਸ਼ੁਰੂ ਵਿੱਚ ਪਰਮੇਸ਼ਰ ਨੇ ਦੂਜੀਆਂ ਕੌਮਾਂ ਵਿੱਚੋਂ ਆਪਣੇ ਲਈ ਲੋਕਾਂ ਨੂੰ ਚੁਣਨ ਦੀ ਕਿਰਪਾ ਕੀਤੀ। ਇਸ ਗੱਲ ਦੀ ਗਵਾਹੀ ਨਵੀਆਂ ਦੇ ਸ਼ਬਦਾਂ ਤੋਂ ਵੀ ਮਿਲਦੀ ਹੈ। ਇੱਥੇ ਤੱਕ ਹੀ ਪੜ੍ਹਨਾ ਸੀ ਜੀ? ਨਹੀਂ, 21 ਤੱਕ। ਹਾਂਜੀ, ਇਸ ਦੇ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਊਦ ਦੇ ਨਿਵਾਸ ਸਥਾਨ ਨੂੰ ਮੈਂ ਬਣਾਵਾਂਗਾ। ਉਸ ਦੇ ਖੋਲਿਆਂ ਨੂੰ ਮੈਂ ਫੇਰ ਉਸਾਰਾਂਗਾ ਅਤੇ ਉਸ ਨੂੰ ਮੈਂ ਫਿਰ ਸਿੱਧਾ ਕਰਾਂਗਾ, ਜਿਸ ਤੋਂ ਬਾਕੀ ਲੋਕ ਵੀ ਪ੍ਰਭੂ ਦੀ ਖੋਜ ਕਰਨ, ਅਰਥਾਤ ਉਹ ਸਾਰੀਆਂ ਕੌਮਾਂ ਜਿਨ੍ਹਾਂ ਨੂੰ ਮੇਰਾ ਨਾਂ ਦਿੱਤਾ ਗਿਆ ਹੈ। ਸੋ ਪ੍ਰਭੂ ਦਾ ਇਹ ਵਾਕ ਹੈ ਜਿਸ ਨੇ ਇਹ ਸਭ ਗੱਲਾਂ ਸ਼ੁਰੂ ਤੋਂ ਪ੍ਰਗਟ ਕੀਤੀਆਂ ਹਨ। ਇਸ ਲਈ ਮੇਰਾ ਮਤ ਇਹ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਤੰਗ ਨਾ ਕਰੀਏ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਵੱਲ ਮੁੜਦੇ ਹਨ, ਪਰ ਅਸੀਂ ਉਹਨਾਂ ਨੂੰ ਲਿਖ ਘੱਲੀਏ ਕਿ ਮੂਰਤੀਆਂ ਦੀ ਅਸ਼ੁੱਧਤਾ ਤੋਂ, ਵਿਭਚਾਰ ਤੋਂ, ਗਲਾ ਘੁੱਟੇ ਹੋਏ ਜਾਨਵਰ ਦੇ ਮਾਸ ਤੋਂ ਅਤੇ ਲਹੂ ਤੋਂ ਦੂਰ ਰਹਿਣ, ਕਿਉਂਕਿ ਸ਼ੁਰੂ ਤੋਂ ਹੀ ਹਰ ਨਗਰ ਵਿੱਚ ਮੂਸਾ ਦੀ ਵਿਵਸਥਾ ਦੇ ਉਪਦੇਸ਼ਕ ਰਹਿ ਰਹੇ ਹਨ, ਜਿਹੜੇ ਹਰ ਸਬਤ ਨੂੰ ਪ੍ਰਾਰਥਨਾ ਘਰਾਂ ਵਿੱਚ ਉਸ ਦਾ ਪਾਠ ਕਰਦੇ ਹਨ। ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਸੋ ਇੱਥੇ ਆ ਕੇ ਉਹਨਾਂ ਨੇ ਸਟੈਂਡਰਡ ਨੂੰ ਡਾਊਨ ਨਹੀਂ ਕੀਤਾ, ਬਲਕਿ ਸਟੈਂਡਰਡ ਨੂੰ ਅਪ ਕੀਤਾ, ਕਿਉਂਕਿ ਅਬਰਾਹਮ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਜਿਹੜੇ ਬਜ਼ੁਰਗੇ ਸੀਗੇ ਉਹ ਲਾ ਨੂੰ ਪੜ੍ਹਦੇ ਤਾਂ ਜ਼ਰੂਰ ਸੀ। ਉਹ ਵਿਵਸਥਾ ਸਾਰ ਤੱਕ, ਉਤਪਤ ਤੋਂ ਲੈ ਕੇ ਵਿਵਸਥਾ ਸਾਰ ਤੱਕ ਸਾਰਾ ਪਾਠ ਕਰਦੇ ਸੀ। ਜੋ ਕੁਛ ਨਿਯਮ ਦਿੱਤੇ ਸੀ, ਨਿਯਮਾਂ ਨੂੰ ਪੜ੍ਹਦੇ ਤਾਂ ਬਹੁਤ ਸੀ, ਪਰ ਉਹਨਾਂ ਕੋਲ ਰੱਖ ਨਹੀਂ ਹੁੰਦੇ ਸੀ। 10 ਨਿਯਮ ਸੀਗੇ ਉਹ ਵੀ ਨਹੀਂ ਰੱਖ ਹੁੰਦੇ ਸੀ। ਸੋ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਆਲਰੇਡੀ ਇਸ ਪਰਖ ਦੇ ਵਿੱਚੋਂ ਦੀ ਲੰਘ ਚੁੱਕੇ ਹਾਂ ਔਰ ਦੇਖ ਚੁੱਕੇ ਹਾਂ ਕਿ ਅਸੀਂ ਨਹੀਂ ਰੱਖ ਸਕੇ, ਤਾਂ ਫਿਰ ਅਸੀਂ ਕਿਉਂ ਇਹ ਸਾਰੇ ਜਿਹੜੇ ਨਿਯਮ ਆ ਉਹਨਾਂ ਲੋਕਾਂ ਦੇ ਉੱਤੇ ਲੱਦੀਏ ਜਿਹਨਾਂ ਨੂੰ ਅਸੀਂ ਆਪ ਹੀ ਨਹੀਂ ਰੱਖ ਸਕੇ। ਪਤਰਸ ਨੇ ਬੜੀ ਬੁੱਧੀ ਦੇ ਨਾਲ ਇਸ ਗੱਲ ਨੂੰ ਕੀਤਾ ਔਰ ਪ੍ਰਭੂ ਦਾ ਸ਼ੁਕਰ ਹੈ ਕਿ ਉਸਨੇ ਪੌਲੁਸ ਨੂੰ ਬੋਲਣ ਨਹੀਂ ਦਿੱਤਾ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਗੈਰ ਕੌਮਾਂ ਤੋਂ ਲੋਕ ਆਏ ਸੀ ਉਹ ਪੌਲੁਸ ਦੇ ਰਾਹੀਂ ਆਏ ਸੀ ਔਰ ਪੌਲੁਸ ਦਾ ਦਿਲ ਉਹਨਾਂ ਦੇ ਲਈ ਧੜਕਦਾ ਸੀ। ਔਰ ਪਤਰਸ ਨੇ ਜਿਸ ਲਈ ਸਾਰੀਆਂ ਚੀਜ਼ਾਂ ਸੰਭਾਲ ਲਈਆਂ ਤੇ ਫਿਰ ਯਾਕੂਬ ਨੇ ਵਿੱਚ ਪੈ ਕੇ ਉਸਨੇ ਉਹਨਾਂ ਨੂੰ ਉਹ ਜਿਹੜੇ ਥੋੜੇ ਨਿਯਮ ਸੀ ਜਿਹੜੇ ਉਹ ਮੂਰਤੀਆਂ ਦੇ ਸਾਹਮਣੇ ਕਰਦੇ ਸੀ, ਉਹਨਾਂ ਨਿਯਮਾਂ ਨੂੰ ਉਹਨੇ ਦੱਸ ਦਿੱਤਾ ਕਿ ਇਹ ਗਲਾ ਘੁੱਟ ਕੇ ਜਾਨਵਰ ਨੂੰ ਮਾਰਿਓ ਦਾ ਮਾਸ ਨਹੀਂ ਖਾਣਾ, ਖੂਨ ਨਹੀਂ ਖਾਣਾ, ਖੂਨ ਦੇ ਵਿੱਚ ਪ੍ਰਾਣ ਹੁੰਦਾ। ਔਰ ਉਸ ਤੋਂ ਬਾਅਦ ਜਿਹੜੀ, ਕਿਉਂਕਿ ਤੁਹਾਡੇ ਵਿੱਚ ਬਹੁਤ ਸਾਰੇ ਫਰੀਸੀ ਰਹਿ ਰਹੇ ਆ ਔਰ ਉਹ ਤੁਹਾਨੂੰ ਮੁੜ ਕੇ ਪ੍ਰੋਬਲਮ ਦੇ ਸਕਦੇ। ਔਰ ਸਬਤ ਬੇਸਿਕਲੀ ਸਬਤ ਤਾਂ ਉਦੋਂ ਉਹਨਾਂ ਸਾਰਿਆਂ ਇਲਾਕਿਆਂ ਦੇ ਵਿੱਚ ਮਨਾਇਆ ਜਾਂਦਾ ਸੀ। ਸੈਟਰਡੇ ਨੂੰ ਸਾਰੇ ਜਾਣੇ ਇਕੱਠੇ ਹੁੰਦੇ ਸੀ। ਈਵਨ ਦੂਸਰਿਆਂ ਧਰਮਾਂ ਦੇ ਲੋਕ ਵੀ ਜਿਹੜੇ ਸੀਗੇ ਉਹਨਾਂ ਦਾ ਦਿਨ ਵੀ ਸੈਟਰਡੇ ਹੁੰਦਾ ਸੀ, ਮੇਨ ਜਿਹੜਾ ਦਿਨ ਹੁੰਦਾ ਸੀ। ਤੇ ਇਹਨਾਂ ਚੀਜ਼ਾਂ ਨੂੰ ਉਹਨੇ ਕਿਹਾ ਕਿ ਤੁਸੀਂ ਮੰਨਣਾ। ਫਿਰ ਉਹਨਾਂ ਨੂੰ ਉਹ ਚਿੱਠੀਆਂ ਲਿਖ ਦਿੱਤੀਆਂ ਗਈਆਂ। ਲੇਕਿਨ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਭੂ ਦੇ ਲਈ ਇੱਕ ਐਸਾ ਰਸਤਾ ਖੋਲ ਦਿੱਤਾ, ਇੱਕ ਐਸੀ ਬਰਕਤ ਉਹਨਾਂ ਨੇ ਖੋਲ ਦਿੱਤੀ ਉਸ ਮੀਟਿੰਗ ਤੋਂ ਬਾਅਦ
कि जिहदे नाल प्रभु दीयां बरकतां दे परनाले चल पए। नहीं तो वो थोड़ा जे एरिए दे विच फसे हो सीगे, थोड़े जे एरिए विच ही घुम घुम के, अदर दैन थॉमस, क्योंकि थॉमस इस वेले इंडिया दे विच पहुंच चुका। ओह इस वेले तक्षशिला दे विच आ, जिहड़ा कि पाकिस्तान दे विच इस वेले ओह उत्थे पहुंच चुका, उत्थे प्रभु दा वचन सुना रहा। और लेकिन बाकी जिहड़े सीगे सारे उन्ने के एरिए च ही घूमी जांदे सी। और प्रभु ने हुण एक बहुत बड़ी बरकत कर दी। उन्होंने वचन नूं मिडल ईस्ट तो बाहर कढना। और असीं जिस वेले प्रभु के वचन दे विच इन्हां चीज़ां नूं देखदे हां ते सानूं बड़ी बरकत मिलदी है। और उस तो बाद पौलुस जिहड़ा सीगा ते बारनाबास जिहड़े सीगे, प्रभु ने उन्हां दे रस्ते भी बखरे करे, क्योंकि बारनाबास ज्यादा इब्रानियां दे विच ओहदी ज्यादा एक्सेप्टेंस सीगी। और दूसरा कि बारनाबास जिहड़ा सीगा वो मोस्टली इनटू द लीडर जिहड़े ट्रेन करने सीगे ओहदे विच सीगा। लेकिन जिहड़ा पौलुस सीगा वो बहुत ज्यादा आउटस्पोकन सीगा, वो डरदा नहीं सी, वो लिंग्विस्टिक सीगा, उसनूं अरामायक भी आउंदी सी, उसनूं इब्रानी भी आउंदी सी और उसनूं ग्रीक भी आउंदी सी। और तिन्ना लैंग्वेज दे विच वो कंप्लीटली फ्लुएंट सीगा। दूसरा जिहड़ी ओहदी तैयारी कीती गई आ ओह निकोडेमस दे थल्ले कीती गई। निकोडेमस नहीं, गमालियल दे थल्ले कीती गई है। गमालियल जिहड़ा सीगा उन्हां दा सब तो बड़ा धर्म का ज्ञान रखने वाला होया, जिसकी इज्जत बहुत की जाती है। अज भी जिहड़ियां गमालियल दीयां लिखतां है ना, उन्होंने वो बड़ी नजदीकी दे नाल यहूदी लोग पढ़ते हैं। एनीहाउ, सो उस तो बाद इन्हां दे विच थोड़ी जी फुट पै गई बरनाबास दे विच और पॉल दे विच। आओ उसका रीजन देखते हैं कि उत्थों की होया। कोई जाना 15वां भाग हुण इसकी असीं 36 आयत तो लैके 41 आयत तक जिसनों मिल जाए 238 पर मैं पढ़ देना पास्टर जी। जो है मेरे ਪਾਲੂਸ ਅਤੇ ਬਰਨਵਾਸ ਦੇ ਵੱਖਰੇ ਹੋਣਾ। ਕੁਝ ਦਿਨਾਂ ਪਿੱਛੋਂ ਪਾਲੂਸ ਨੇ ਬਰਨਵਾਸ ਨੂੰ ਕਿਹਾ, ਆਓ ਉਹਨਾਂ ਨਗਰਾਂ ਵਿੱਚ ਵਾਪਸ ਚੱਲੀਏ ਜਿਨ੍ਹਾਂ ਵਿੱਚ ਅਸੀਂ ਪਰਮੇਸ਼ਰ ਦਾ ਵਚਨ ਸੁਣਾਇਆ ਸੀ ਅਤੇ ਭਰਾਵਾਂ ਨੂੰ ਦੇਖੀਏ ਕਿ ਉਹਨਾਂ ਦਾ ਕੀ ਹਾਲ ਹੈ। ਬਰਨਵਾਸ ਚਾਹੁੰਦਾ ਸੀ ਕਿ ਯੂਹੰਨਾ ਆਪਣਾ ਮਰਕਸ ਨੂੰ ਵੀ ਨਾਲ ਲੈ ਜਾਇਆ ਜਾਵੇ, ਪਰ ਪਾਲੂਸ ਨੇ ਸੋਚਿਆ ਕਿ ਇਹ ਠੀਕ ਨਹੀਂ ਹੈ ਕਿ ਜਿਸ ਆਦਮੀ ਨੇ ਉਹਨਾਂ ਦਾ ਪੰਫੁਲਿਆ ਵਿੱਚ ਸਾਥ ਛੱਡ ਦਿੱਤਾ ਸੀ ਅਤੇ ਜੋ ਉਹਨਾਂ ਨਾਲ ਸੇਵਾ ਦੇ ਕੰਮ ਲਈ ਨਹੀਂ ਗਿਆ ਸੀ ਉਸ ਨੂੰ ਆਪਣੇ ਨਾਲ ਲੈ ਜਾਇਆ ਜਾਵੇ। ਇਸ ਤੇ ਉਹਨਾਂ ਵਿੱਚ ਗਹਿਰਾ ਭੇਦ ਹੋ ਗਿਆ, ਇੱਥੋਂ ਤੱਕ ਕਿ ਇੱਕ ਦੂਜੇ ਤੋਂ ਵੱਖਰੇ ਹੋ ਗਏ। ਬਰਨਬਾਸ ਮਰਕਸ ਨੂੰ ਨਾਲ ਲੈ ਕੇ ਸਮੁੰਦਰੀ ਰਾਹ ਦੁਆਰਾ ਕੁਪਰੂਸ ਨੂੰ ਚਲਾ ਗਿਆ, ਪਰ ਪਾਲੂਸ ਨੇ ਸਿਲਾਸ ਨੂੰ ਚੁਣਿਆ ਅਤੇ ਜਦੋਂ ਭਰਾਵਾਂ ਨੇ ਉਹਨਾਂ ਨੂੰ ਪ੍ਰਭੂ ਦੀ ਕਿਰਪਾ ਦੇ ਹਵਾਲੇ ਕਰ ਦਿੱਤਾ ਤਾਂ ਉਹ ਉੱਥੋਂ ਚੱਲ ਪਏ ਅਤੇ ਸੂਰੀਆ ਤੇ ਕਿਲਿਕਿਆ ਦੇ ਦੌਰਾ ਕਰਕੇ ਸੰਗਤਾਂ ਨੂੰ ਤਕੜਾ ਕਰਨ ਲੱਗੇ। मरकस यंग सी, उम्र दे विच छोटा सी। और जिसलिए उसने पौलुस ते बरनबास नूं देखिया एक्साइटेड हो गया, उन्हां दे नाल चला गया। पर जिस वेले फिर उत्थे लोकां ने कुट मार की डर के तां ओह पिछे आ गया। और बरनबास जिहड़ा कहंदा सी कि नहीं ये बच्चा आ, इसनूं हौसला दईए, इसका हौसला बढ़ाइए। सो उसने पॉल ने क्या कहना है, ये पिछे मुड़ गया, इस चीज के काबल ही है इनू नाल ले जाया जाए। सो जिद्दां मैं तुहानूं कहा कि एक बंदे दा जिहड़ा सीगा वो नम्र दिल दा सी, लेकिन दूसरे पासे जिहड़ा पॉल सीगा, पॉल दा स्ट्रेंथ सीगी, वो स्ट्रॉन्ग सी। और जिहदे करके प्रभु ने उन्होंने लैके भी उन्हां इलाकिਆਂ च गया जिथे एक स्ट्रॉन्ग बंदे की जरूरत। दूसरा, प्रभु ने ਉਹਦੇ ਰਾਹੀਂ एक बंदा तैयार करना ते मरकस ਨੂੰ ਬਾਰਨਬਾਸ ਆਪਣੇ ਨਾਲ ਲਿਆ। और बारनबास ने उसनों बहुत जिदा ये कह लो कि बड़ा उसने तैयार किया। और उस तो बाद उसने उसनों पतरस नूं सौंप दिता, तैयारी करके पतरस नूं सौंप दिता। और इस करके अज साडे को मरकस की इंजील, मरकस की
सॉरी मरकस की जिहड़ी अंजील आ वो एक्चुअली पतरस की अंजील जिहड़ी मरकस के राही लिखी गई और असीं देखते कि वो चैप्टर भी बहुत थोड़े है और उतों सानूं पता लगता क्योंकि पतरस इन्ना पढ़िया लिखा नहीं सी। लेकिन जिसलिए असीं लूका की अंजील पढ़ते हैं तो उस देखो कितनी डिटेल दे विच हरेक चीज डिटेल दे विच लिखी गई है, लंबे लंबे चैप्टर वो एक्चुअली पॉल की लिखवाई गई अंजील क्योंकि लूका जिहड़ा सी वो पॉल दे नाल सी और दूसरी कौम तो सी। सो खुदावन ने अपनी अंजील दे विच भी दूजी कौम के लोग लैके आए और वो डिटेल तो असीं देख सकते हैं कि किस तरह विस्तार दे विच लिखी गई है, आदम तो लैके मसीह तक लिखी गई है। और उसका कारण यह है कि पौलुस जिहड़ा सी वो वैल एजुकेटेड बंदा सी और लूका वर्गा उसमें एक बंदा मिल गया सीगा जिहड़ा डॉक्टर सी और वो भी एजुकेटेड बंदा सी और उन्होंने हरेक चीज नूं बड़े विस्तार दे नाल उहदे विच लिखिया। आई मीन लूका पौलुस ने तो सानूं 13 चैप्टर का इब्रानिया का खत दिता है तो वो कह रहा कि मैं तुहानूं सब कुछ बड़े संखेप च लिख दा ते चैप्टर है 13 तुसीं उत्थों साथ ला सकदे। इत्थे हुण उसनूं लैके ते तुर पिया पर इत्थे काम खत्म नहीं होया। अगे असीं होर देखते हैं इहदियां अगला जिहड़ा हैगा 16वें चैप्टर दीयां पहलियां 5 आयतां कोई जाणगे। इसनूं मैं पढ़ दूँ पास। ओके जी। ਤਿਮੋਥੀਅਸ ਦਾ ਪਾਲੂਸ ਅਤੇ ਸਿਲਾਸ ਨਾਲ ਜਾਣਾ। ਪਾਲੂਸ ਦਰਬੇ ਅਤੇ ਲੁਸਤਰਾ ਵਿੱਚ ਪਹੁੰਚਿਆ। ਉੱਥੇ ਤਿਮੋਥੀਅਸ ਨਾਂ ਦਾ ਇੱਕ ਚੇਲਾ ਸੀ। ਉਸਦੀ ਮਾਂ ਇੱਕ ਯਹੂਦੀ ਵਿਸ਼ਵਾਸਣ ਸੀ ਪਰ ਉਸਦਾ ਪਿਤਾ ਯੂਨਾਨੀ ਸੀ। ਉਸਦਾ ਲੁਸਤਰਾ ਅਤੇ ਇਕਨਾਉਸ ਦੇ ਭਰਾਵਾਂ ਵਿੱਚ ਬੜਾ ਮਾਣ ਸੀ। ਪਾਲੂਸ ਚਾਹੁੰਦਾ ਸੀ ਕਿ ਉਹ ਉਸ ਨਾਲ ਚੱਲੇ, ਇਸ ਲਈ ਉਹਨਾਂ ਥਾਵਾਂ ਦੇ ਯਹੂਦੀਆਂ ਦੇ ਕਾਰਨ ਉਸਦੀ ਸੁਨਤ ਕਰਵਾਈ ਕਿਉਂਕਿ ਸਾਰੇ ਜਾਣਦੇ ਸਨ ਕਿ ਉਸਦਾ ਪਿਤਾ ਯੂਨਾਨੀ ਸੀ। ਫਿਰ ਉਹ ਨਗਰ ਨਗਰ ਵਿੱਚ ਗਏ ਅਤੇ ਲੋਕਾਂ ਤੱਕ ਉਹਨਾਂ ਹਦਾਇਤਾਂ ਨੂੰ ਪਹੁੰਚਾਇਆ ਜਿਹੜੀਆਂ ਯਰੂਸ਼ਲਮ ਵਿੱਚ ਪ੍ਰਮੁੱਖ ਚੇਲਿਆਂ ਅਤੇ ਬਜ਼ੁਰਗਾਂ ਨੇ ਠਹਿਰਾਈਆਂ ਸਨ ਕਿ ਉਹ ਲੋਕ ਉਹਨਾਂ ਦੀ ਪਾਲਣਾ ਕਰਨ। ਇਸ ਤਰ੍ਹਾਂ ਸੰਗਤ ਵਿਸ਼ਵਾਸ ਵਿੱਚ ਪੱਕੀ ਹੁੰਦੀ ਅਤੇ ਗਿਣਤੀ ਵਿੱਚ ਹਰ ਰੋਜ਼ ਵੱਧਦੀ ਗਈ। और ये बड़िया इंपोर्टेंट चीज़ां जिहड़ियां असीं देखदे पए ते हुणे ही तां ओह लड़दे पए आ कि उन्हां दी सुन्नत नहीं कराउणी ते हुण इहदी सुन्नत कराउंदे पए। ये तां दूजे चैप्टर दे विच ही दोवां चैप्टरां दे विच ही तुसीं देखदे पए आ एक बेसिकली एक महीने दे विच ही पौल नूं दूजे पासे जांदा देखदे आ। नहीं, इस दे लई जिहड़ा ध्यान नाल जिहड़ी चीज़ देखनी पैनी वो ये देखनी पैनी है कि तिमोथियस दा जिहड़ा बाप आ वो यूनानी और फौज दे विच और जिहड़ी उसकी मां आ वो यहूदी आ और जिहड़ी मां ते नानी ने दोनों ने तिमोथियस नूं जिहड़ा पालिया हैगा वो प्रभु की संगत दे विच ही पालिया है। उसनूं जिहड़ा यहूदियां दा जिहड़ा नेम सीगा ओहदे विच ही पालिया और पौल दे हत्थीं एक ऐसा बंदा लगा, एक ऐसा सोने का नगट लगा आ जिहड़ा कि ओहदे अपने लोकां नूं इब्रानी लोगों को प्रभु का वचन सुना सकता जिस दे विच इन्नी कैपेसिटी हैगी है। लेकिन रस्ता खोलण दे लई पौल ने रस्ता खोलण दे लई कि उन्होंने कहना तेरी तो सुन्नत ही नहीं हुई, तू सानू किदां सुनाना पिया। सो उसने जिहड़ा रस्ते दे विच एक कंध सी उहनूं ढा सके। तुसीं देखोगे कि पौलुस जिहड़ा आ ओह प्रभु दे वचन च जिहड़ी चीज़ रस्ते च आउंदी आ उसनूं वो साफ बहुत जल्दी दे नाल करदा ते गां जाके मुसीबत ना खड़ी हो। सो उसने एक बंदा ऐसा नाल लै गया जिहड़ा अगेन ओहदे वांगू दोनों कौमां नूं प्रभु दा वचन सुणा सकदा। वो ग्रीक लोकां नूं भी प्रभु दा वचन सुणा सकदा, वो यहूदी लोकां नूं भी प्रभु दा वचन सुणा सकदा। सो प्रभु ने उसनूं अपने नाल लै लिया और वो उसदे नाल अगे चलिया और हुण देखण लगे हां कि किस तरह प्रभु ने अपना जिहड़ा वचन ना वो यूरोप दे विच हुण लैके गया। पहलों सिर्फ मिडल ईस्ट दे विच घूमी जांदे लेकिन हुण प्रभु दा वचन यूरोप दे विच जाना पहली बारी और उत्थों जिहड़ा हैगा प्रभु दा वचन फैलना है एकदम प्रभु दा वचन चार चफेरे फैलना। सो आओ अगलियां 5 आयतां देखिए 6 तो लैके असीं देखांगे 10 जिसमें
मैं पढ़ देनी पास्टर जी। Go ahead, please. ਪੌਲੁਸ ਨੂੰ ਤਰੁਆਸ ਵਿੱਚ ਦਰਸ਼ਨ ਹੋਣਾ। ਪਵਿੱਤਰ ਆਤਮਾ ਨੇ ਉਹਨਾਂ ਨੂੰ ਅਸਾਇਆ ਵਿੱਚ ਬੋਲਣ ਤੋਂ ਮਨਾ ਕੀਤਾ, ਇਸ ਲਈ ਉਹ ਫਰਗੀਆ ਅਤੇ ਗਲਾਤੀਆਂ ਦੇ ਇਲਾਕਿਆਂ ਦੇ ਵਿੱਚੋਂ ਦੀ ਹੋ ਕੇ ਗਏ। ਜਦੋਂ ਮਸੀਹ ਦੇ ਹੱਦਾਂ ਤੇ ਪਹੁੰਚੇ ਤਾਂ ਉਹਨਾਂ ਬਿਥੁਨਿਆ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੀ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ। ਇਸ ਲਈ ਉਹ ਮਸੀਹ ਦੇ ਰਾਹੀਂ ਤਰੁਆਸ ਵਿੱਚ ਆਏ। ਉੱਥੇ ਪੌਲੁਸ ਨੂੰ ਰਾਤ ਦੇ ਵੇਲੇ ਇੱਕ ਦਰਸ਼ਨ ਹੋਇਆ। ਇੱਕ ਮਕਦੂਨੀਆ ਨਿਵਾਸੀ ਉੱਥੇ ਖੜਾ ਹੋ ਕੇ ਸੱਦ ਰਿਹਾ ਹੈ, ਮਕਦੂਨੀਆ ਦੀ ਵੱਲ ਪਾਰ ਆਓ ਅਤੇ ਸਾਡੀ ਮਦਦ ਕਰੋ। ਜਦੋਂ ਉਸਨੂੰ ਇਹ ਦਰਸ਼ਨ ਹੋਇਆ ਤਾਂ ਅਸੀਂ ਤੁਰੰਤ ਹੀ ਮਕਦੂਨੀਆ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਅਸੀਂ ਜਾਣ ਗਏ ਸਾਂ ਕਿ ਪਰਮੇਸ਼ਵਰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸਾਨੂੰ ਸੱਦ ਰਿਹਾ ਹੈ। ਤੁਸੀਂ ਕੀ ਦੇਖਦੇ ਆ ਕਿ ਪੌਲੁਸ ਜਿਹੜਾ ਸੀਗਾ ਉਹ ਐਕਚੁਅਲੀ ਗਲਾਤੀਆ ਦੇ ਵਿੱਚ ਪ੍ਰਭੂ ਦਾ ਸ਼ਬਦ ਨਹੀਂ ਸੁਣਾਉਣਾ ਉਹਨਾਂ ਵਿੱਚ। ਉੱਥੋਂ ਸਿੱਧਾ ਉਸਦੇ ਵਿੱਚ ਦੀ ਦੂਸਰੇ ਪਾਸੇ ਨੂੰ ਨਿਕਲ ਗਿਆ। ਏਸ਼ੀਆ ਮਾਈਨਰ ਦੇ ਵਿੱਚ ਬਹੁਤ ਸਾਰੇ ਯਹੂਦੀ ਸੀਗੇ। ਏਸ਼ੀਆ ਮਾਈਨਰ ਦੇ ਵਿੱਚ ਉਸਨੇ ਪ੍ਰਭੂ ਦਾ ਵਚਨ ਸੁਣਾਇਆ। ਉੱਥੋਂ ਉਹ ਗਲਾਤੀਆਂ ਨੂੰ ਉਦਾਂ ਹੀ ਪਾਰ ਕਰਕੇ ਪਿੱਛੇ ਨੂੰ ਨਿਕਲ ਗਿਆ ਔਰ ਇਸੇ ਤਰ੍ਹਾਂ ਉਸਨੇ ਅਸੀਆ ਨੂੰ ਵੀ ਛੱਡ ਦਿੱਤਾ ਪਿੱਛੇ। ਕੀ ਹੋ ਰਿਹਾ ਇੱਥੇ ਕਿ ਉਹ ਉਸਨੂੰ ਆਪਣੇ ਸੋਚ ਦੇ ਅਨੁਸਾਰ ਉਹ ਜਾ ਰਿਹਾ, ਲੇਕਿਨ ਤੁਸੀਂ ਦੇਖੋਗੇ ਬਾਰ-ਬਾਰ ਪਵਿੱਤਰ ਆਤਮਾ ਨੇ ਉਹਨਾਂ ਨੂੰ ਅਸਿਆ ਵਿੱਚ ਬੋਲਣ ਤੋਂ ਮਨਾ ਕੀਤਾ। ਅੱਛਾ, ਫਿਰ ਇਸ ਲਈ ਉਹ ਫਰੂਗੀਆ ਅਤੇ ਗਲਾਤੀਆ ਦੇ ਇਲਾਕੇ ਦੇ ਵਿੱਚੋਂ ਦੀ ਹੋ ਕੇ ਗਏ। ਉੱਥੇ ਨਹੀਂ ਉਹਨਾਂ ਨੇ ਪ੍ਰਚਾਰ ਕੀਤਾ। ਜਦੋਂ ਉਹ ਮੂਸਿਆ ਦੀ ਹੱਦ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਥਿਓਨੀਆ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੇ ਆਤਮਾ ਨੇ ਉਹਨਾਂ ਨੂੰ ਆਗਿਆ ਨਾ ਦਿੱਤੀ। ਹੁਣ ਦੇਖੋ, ਇਸ ਲਈ ਉਹ ਮੂਸਿਆ ਦੇ ਰਾਹੀਂ ਤਰੁਆਸ ਦੇ ਵਿੱਚ ਗਏ, ਤਰੁਆਸ ਦੇ ਵਿੱਚ ਆਏ, ਕਿਉਂਕਿ ਇੱਥੇ ਦਾ ਪੌਲੁਸ ਰਹਿਣ ਵਾਲਾ ਸੀ। ਆਏ ਉੱਥੇ ਪੌਲੁਸ ਨੂੰ ਰਾਤ ਦੇ ਵੇਲੇ ਇੱਕ ਦਰਸ਼ਨ ਹੋਇਆ। ਇੱਕ ਮਕਦੂਨੀਆ ਨਿਵਾਸੀ ਉੱਥੇ ਖੜਾ ਹੋ ਕੇ ਸੱਦ ਰਿਹਾ ਸੀ ਕਿ ਮਕਦੂਨੀਆ ਦੇ ਵੱਲ ਪਾਰ ਆਓ ਅਤੇ ਸਾਡੀ ਮਦਦ ਕਰੋ। ਜਦੋਂ ਉਸਨੂੰ ਇਹ ਦਰਸ਼ਨ ਹੋਇਆ ਤਾਂ ਅਸੀਂ ਤੁਰੰਤ ਹੀ ਮਕਦੂਨੀਆ ਪਹੁੰਚਣ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਅਸੀਂ ਇਹ ਜਾਣ ਗਏ ਸਾਂ ਕਿ ਪਰਮੇਸ਼ਰ ਉਹਨਾਂ ਲੋਕਾਂ ਵਿੱਚ ਸ਼ੁਭ ਸਮਾਚਾਰ ਸੁਣਾਉਣ ਦੇ ਲਈ ਸਾਨੂੰ ਸੱਦ ਰਿਹਾ। ਮੈਸੇਡੋਨੀਆ ਦੇ ਬਾਰੇ ਅਸੀਂ ਇੱਕ ਚੀਜ਼ ਜਾਣਦੇ ਹਾਂ ਕਿ ਸਿਕੰਦਰ ਮਹਾਨ ਦਾ ਉਹ ਦੇਸ਼ ਸੀ ਔਰ ਜਿੱਥੇ ਤੱਕ ਅਲੈਗਜ਼ੈਂਡਰ ਦਾ ਰਾਜ ਸੀਗਾ, ਉਹਦੇ ਤੋਂ ਮਾਈਨਸ ਹਿੰਦੁਸਤਾਨ, ਉਹ ਸਾਰੀ ਜਗ੍ਹਾਵਾਂ ਤੇ ਰੋਮ ਦਾ ਰਾਜ ਸੀ। ਜਿਹੜੀਆਂ ਰੋਡਾਂ ਉਹ ਬਣਾ ਗਿਆ ਸੀਗਾ, ਹੁਣ ਪ੍ਰਭੂ ਨੇ ਉਹ ਰੋਡਾਂ ਯੂਜ਼ ਕਰਨੀਆਂ, ਉਹ ਰਸਤੇ, ਉਹ ਸੜਕਾਂ ਹੁਣ ਪ੍ਰਭੂ ਨੇ ਯੂਜ਼ ਕਰ ਲਈਆਂ। ਸੋ ਪ੍ਰਭੂ ਨੇ ਉਹਨਾਂ ਨੂੰ ਮੈਸੇਡੋਨੀਆ ਦੇ ਵੱਲ ਆਉਣ ਦੇ ਲਈ ਕਿਹਾ ਔਰ ਦਰਸ਼ਨ ਉਹਨਾਂ ਨੂੰ ਰਾਤੀ ਹੋਇਆ ਔਰ ਉਹਨਾਂ ਨੇ ਆਪਣਾ ਰਸਤਾ ਹੁਣ ਉਧਰ ਨੂੰ ਫੜ ਲਿਆ। ਰਸਤੇ ਦੇ ਵਿੱਚ ਇੱਕ ਲੋਕਾਂ ਦਾ ਗਰੁੱਪ ਆਉਂਦਾ ਸੀ ਜਿਹਨਾਂ ਦਾ ਨਾਮ ਸੀ, ਜਿਹਨਾਂ ਨੂੰ ਗੌਲ ਕਹਿੰਦੇ ਸੀਗੇ, GAUL, ਗੌਲ ਲੋਕ ਸੀਗੇ ਔਰ ਉਹ ਬਹੁਤ ਹੀ ਸਖਤ ਕਿਸਮ ਦੇ ਲੋਕ ਸੀਗੇ ਔਰ ਉਹਨਾਂ ਦੇ ਵਿੱਚ ਹੁਣ ਪ੍ਰਭੂ ਨੇ ਸਭ ਤੋਂ ਪਹਿਲਾਂ ਕੰਮ ਸ਼ੁਰੂ ਕਰਨਾ ਗਲੇਸ਼ੀਆ ਦੇ ਇਲਾਕੇ ਦੇ ਵਿੱਚ। ਸੋ ਆਓ ਅਸੀਂ ਦੇਖੀਏ 11 ਆਇਤ ਤੋਂ ਲੈ ਕੇ 15 ਆਇਤ। ਫਿਰ ਤਰੁਆਸ ਤੋਂ ਸਮੁੰਦਰੀ ਜਹਾਜ਼ ਦੁਆਰਾ ਅਸੀਂ ਸਿੱਧੇ ਸੁਮਾਤਰਾ ਤੱਕ ਗਏ ਅਤੇ ਦੂਜੇ ਦਿਨ ਨਿਆਪਲਿਸ। ਉੱਥੋਂ ਅੱਗੋਂ ਅਸੀਂ ਫਿਲਿੱਪੀ ਪਹੁੰਚੇ, ਜੋ ਮਕਦੂਨੀਆ ਪ੍ਰਾਂਤ ਦਾ ਇੱਕ ਪ੍ਰਮੁੱਖ ਨਗਰ ਅਤੇ ਰੋਮੀ ਨਵਾਬਾਦੀ ਹੈ। ਸਬਤ ਦੇ ਦਿਨ ਅਸੀਂ ਨਗਰ ਦੇ ਦਰਵਾਜ਼ੇ ਦੇ ਬਾਹਰ ਨਦੀ ਦੇ ਕੰਢੇ ਤੇ ਗਏ, ਕਿਉਂਕਿ ਸਾਡਾ ਖਿਆਲ ਸੀ ਕਿ ਉੱਥੇ ਕੋਈ ਪ੍ਰਾਰਥਨਾ ਕਰਨ ਦੀ ਥਾਂ ਹੋਵੇਗੀ, ਅਤੇ ਉੱਥੋਂ ਬੈਠ ਕੇ ਉੱਥੇ ਇਕੱਠੀਆਂ ਹੋਈਆਂ ਔਰਤਾਂ ਨਾਲ ਗੱਲਾਂ ਕਰਨ ਲੱਗੇ। ਉਹਨਾਂ ਵਿੱਚ ਲੂਦੀਆ ਨਾਂ ਦੀ ਇੱਕ ਔਰਤ ਸੀ, ਜੋ ਬੁਆਤੀਰਾ ਨਗਰ ਦੀ ਰਹਿਣ ਵਾਲੀ ਅਤੇ ਬੈਂਗਣੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ। ਉਹ ਪਰਮੇਸ਼ਵਰ ਨੂੰ ਮੰਨਣ ਵਾਲੀ ਸੀ ਅਤੇ ਇਹ ਸਭ ਸੁਣ ਰਹੀ ਸੀ। ਪ੍ਰਭੂ ਨੇ ਉਸ ਦਾ ਮਨ ਖੋਲ ਦਿੱਤਾ ਅਤੇ ਉਹ ਪੌਲੁਸ ਦੇ ਬਚਨਾਂ ਤੇ ਧਿਆਨ ਲਾਵੇ।
ਜਦੋਂ ਉਹ ਆਪਣੇ ਪੂਰੇ ਟੱਬਰ ਸਣੇ ਬਪਤਿਸਮਾ ਲੈ ਚੁੱਕੀ ਤਾਂ ਉਸਨੇ ਉਹਨਾਂ ਅੱਗੇ ਇਹ ਕਹਿ ਕੇ ਬੇਨਤੀ ਕੀਤੀ, ਜੇਕਰ ਤੁਸੀਂ ਮੰਨਦੇ ਹੋ ਕਿ ਮੈਂ ਪ੍ਰਭੂ ਦੀ ਵਿਸ਼ਵਾਸਣ ਹਾਂ ਤਾਂ ਚੱਲ ਕੇ ਮੇਰੇ ਘਰ ਰਹੋ। ਉਸਨੇ ਸਾਨੂੰ ਜਾਣ ਦੇ ਲਈ ਮਜਬੂਰ ਕੀਤਾ। ਦੇਖੋ ਪ੍ਰਭੂ ਦੇ ਵਚਨ 'ਚ ਕਿੰਨੀ ਪਿਆਰੀ ਚੀਜ਼ ਹੈ। ਇੱਥੇ ਦੋ ਸਾਨੂੰ ਕਲੂ ਮਿਲਦੇ ਆ ਕਿ ਕਿਉਂ ਇੰਨੀ ਤੇਜ਼ੀ ਦੇ ਨਾਲ ਪ੍ਰਭੂ ਦਾ ਵਚਨ ਫੈਲਿਆ। ਕਲੂ ਨੰਬਰ 1 ਕਿ ਉਹ ਮੈਸੇਡੋਨੀਆ, ਉਹ ਮੈਸੇਡੋਨੀਆ ਦੇ ਇਲਾਕੇ ਦੇ ਵਿੱਚ ਸਭ ਤੋਂ ਜਿਹੜਾ ਉਹਨਾਂ ਦਾ ਇੰਪੋਰਟੈਂਟ ਨਗਰ ਹੈ, ਉੱਥੇ ਉਹ ਪਹੁੰਚ ਗਏ ਔਰ ਉੱਥੇ ਜਾ ਕੇ ਉਹਨਾਂ ਨੇ ਪ੍ਰਭੂ ਦਾ ਪ੍ਰਚਾਰ ਕਰਨ ਦੇ ਲਈ ਲੱਭਣ ਲੱਗੇ। ਔਰ ਉੱਥੇ ਉਹਨਾਂ ਨੂੰ ਲੁਸਤਰਾ ਨਾਂ ਦੀ ਲੁਦੀਆ ਨਾਂ ਦੀ ਇੱਕ ਔਰਤ ਮਿਲੀ ਆ, ਜੋ ਥੁਆਤੀਰਾ ਬਿਲਕੁਲ ਲਾਗੇ ਟਾਊਨ ਹੈ, ਜਿਹੜਾ ਉੱਥੇ ਦੀ ਰਹਿਣ ਵਾਲੀ ਸੀ ਔਰ ਉਹ ਵੈਂਗਣੀ ਰੰਗ ਦੇ ਕੱਪੜੇ ਵੇਚਣ ਵਾਲੀ ਸੀ। Now that's very important, ਕਿਉਂਕਿ ਵੈਂਗਣੀ ਰੰਗ ਦਾ ਜਿਹੜਾ ਕੱਪੜਾ ਸੀਗਾ ਉਹ ਰਾਜਕੁਮਾਰ ਜਾਂ ਰਾਜਿਆਂ ਦਾ ਜਿਹੜਾ ਖਾਨਦਾਨ ਸੀ ਸਿਰਫ ਉਹ ਪਾ ਸਕਦਾ, ਆਮ ਬੰਦਾ ਨਹੀਂ ਪਾ ਸਕਦਾ। ਇਹ ਸਿਰਫ ਪਰਪਲ ਜਿਹੜਾ ਸੀਗਾ ਉਹ ਸਿਰਫ ਰਾਜਸੀ ਫੈਮਲੀਆਂ ਦੇ ਲਈ ਹੁੰਦਾ ਸੀ। ਔਰ ਇੱਥੇ ਪ੍ਰਭੂ ਨੇ ਇੱਕ ਐਸਾ ਕਨੈਕਸ਼ਨ ਦਿੱਤਾ ਕਿ ਪ੍ਰਭੂ ਦਾ ਵਚਨ ਹੁਣ ਆਮ ਲੋਕਾਂ ਦੇ ਵਿੱਚ ਨਹੀਂ ਪਰ ਰਾਜ ਘਰਾਣਿਆਂ ਦੇ ਵਿੱਚ ਵੀ ਹੁਣ ਜਾਏਗਾ। ਔਰ ਇਸ ਕਰਕੇ ਜਿਸਲੇ ਉਹਨਾਂ ਨੂੰ ਦੱਸਿਆ, ਉੱਥੇ ਜਾ ਕੇ ਬੈਠੇ ਆ, ਗੱਲਾਂ ਕਰਨ ਲੱਗ ਪਏ, ਤੁਸੀਂ ਕੌਣ? ਆਮ ਜਿੱਦਾਂ ਗੱਲ ਚੱਲਦੀ, ਉਹਨੂੰ ਦੱਸਿਆ ਕਿ ਅਸੀਂ ਪ੍ਰਭੂ ਦੇ ਬੰਦੇ ਆ ਉਹਨੂੰ, ਔਰ ਪ੍ਰਭੂ ਨੇ ਉਸਦਾ ਮਨ ਨੂੰ ਖੋਲ ਦਿੱਤਾ। ਇਹ ਸਭ ਤੋਂ ਵੱਡੀ ਚੀਜ਼ ਹੈ। ਤੀਜੀ ਚੀਜ਼, ਪ੍ਰਭੂ ਨੇ ਉਸਦੇ ਮਨ ਨੂੰ ਖੋਲ ਦਿੱਤਾ ਔਰ ਉਸਨੇ ਪ੍ਰਭੂ ਦੇ ਵਚਨ ਨੂੰ ਸੁਣਿਆ ਔਰ ਉਸੇ ਸਾਰੇ ਟੱਬਰ ਨੇ ਇੱਥੇ ਪ੍ਰਭੂ ਨੂੰ ਸਵੀਕਾਰ ਕੀਤਾ। ਸੋ ਫਿਲਿੱਪੀ ਦੀ ਚਰਚ ਦੀ ਬੁਨਿਆਦ ਸ਼ੁਰੂ ਹੋ ਗਈ। ਇਹ ਜਿਹੜਾ ਪਰਿਵਾਰ ਸੀ, ਲੁਦੀਆ ਦਾ ਪਰਿਵਾਰ, ਪਹਿਲਾ ਪਰਿਵਾਰ ਸੀ ਜਿਹੜਾ ਪ੍ਰਭੂ ਦੇ ਵਿੱਚ ਉੱਥੇ ਆਇਆ। ਸੋ ਇਸ ਤੋਂ ਬਾਅਦ ਅਸੀਂ ਅੱਗੇ ਦੇਖਦੇ ਹਾਂ ਕਿ ਪ੍ਰਭੂ ਦੇ ਵਚਨ ਦੇ ਵਿੱਚ ਕਿਸ ਤਰ੍ਹਾਂ ਹੁੰਦਾ। 16 ਤੋਂ ਲੈ ਕੇ 24 ਤਾਈਂ ਜਿਸ ਨੂੰ ਮੈਂ ਪੜ੍ਹ ਦਿੰਦੀ ਹਾਂ। ਮੇਰੀ ਗੱਲ ਜਦੋਂ ਫਿਲਿਪ ਦੀ ਜੇਲ੍ਹ ਵਿੱਚ ਜਦੋਂ ਅਸੀਂ ਪ੍ਰਾਰਥਨਾ ਕਰਨ ਵਾਲੀ ਥਾਂ ਵੱਲ ਜਾ ਰਹੇ ਸਾਂ ਤਾਂ ਸਾਨੂੰ ਇੱਕ ਗੁਲਾਮ ਲੜਕੀ ਮਿਲੀ ਜਿਸ ਉੱਤੇ ਭੂਤ ਦਾ ਛਾਇਆ ਸੀ ਅਤੇ ਉਹ ਭਵਿੱਖਬਾਣੀ ਦੁਆਰਾ ਆਪਣੇ ਮਾਲਕਾਂ ਲਈ ਬਹੁਤ ਕੁਝ ਕਮਾ ਲੈਂਦੀ ਸੀ। ਉਹ ਪੌਲੁਸ ਦੇ ਅਤੇ ਸਾਡੇ ਪਿੱਛੇ ਲੱਗ ਗਈ ਅਤੇ ਪੁਕਾਰ ਕੇ ਕਹਿਣ ਲੱਗੀ, ਇਹ ਲੋਕੀ ਪਰਮੇਸ਼ਵਰ ਦੇ ਸੇਵਕ ਹਨ, ਇਹ ਤੁਹਾਨੂੰ ਮੁਕਤੀ ਦੇ ਰਾਹ ਦਾ ਸੰਦੇਸ਼ ਦਿੰਦੇ ਹਨ। ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ। ਅੰਤ ਵਿੱਚ ਪੌਲੁਸ ਬਹੁਤ ਤੰਗ ਹੋ ਕੇ ਉਸ ਵੱਲ ਮੁੜਿਆ ਅਤੇ ਉਸਨੇ ਆਤਮਾ ਨੂੰ ਕਿਹਾ, ਯਿਸੂ ਮਸੀਹ ਦੇ ਨਾਂ ਨਾਲ ਮੈਂ ਤੈਨੂੰ ਆਗਿਆ ਦਿੰਦਾ ਹਾਂ ਕਿ ਉਸ ਵਿੱਚੋਂ ਨਿਕਲ ਜਾ। ਉਹ ਉਸੇ ਵੇਲੇ ਉਸ ਵਿੱਚੋਂ ਨਿਕਲ ਗਈ। ਜਦੋਂ ਉਸ ਦੇ ਮਾਲਕਾਂ ਨੇ ਇਹ ਦੇਖਿਆ ਕਿ ਉਸ ਤੋਂ ਲਾਭ ਦੀ ਆਸਾ ਜਾਂਦੀ ਰਹੀ ਹੈ ਤਾਂ ਉਹਨਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜ ਲਿਆ ਅਤੇ ਉਹਨਾਂ ਨੂੰ ਘਸੀਟ ਕੇ ਬਾਜ਼ਾਰ ਦੇ ਚੌਂਕ ਵਿੱਚ ਅਧਿਕਾਰੀਆਂ ਕੋਲ ਲੈ ਗਏ ਅਤੇ ਬੋਲੇ, ਇਹ ਆਦਮੀ ਯਹੂਦੀ ਹਨ ਅਤੇ ਸ਼ਹਿਰ ਵਿੱਚ ਦੰਗਾ ਕਰ ਰਹੇ ਹਨ। ਇਹ ਇਹੋ ਜਿਹੀਆਂ ਰਸਮਾਂ ਬਾਰੇ ਪ੍ਰਚਾਰ ਕਰਦੇ ਹਨ ਜਿਨ੍ਹਾਂ ਨੂੰ ਮੰਨਣਾ ਜਾਂ ਕਰਨਾ ਸਾਨੂੰ ਰੋਮੀਆਂ ਨੂੰ ਯੋਗ ਨਹੀਂ। ਭੀੜ ਵੀ ਉਹਨਾਂ ਦੇ ਵਿਰੁੱਧ ਇਕੱਠੀ ਹੋ ਗਈ। ਨਿਆਂ ਅਧਿਕਾਰੀਆਂ ਨੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਅਤੇ ਉਹਨਾਂ ਨੂੰ ਬੈਂਤ ਲਾਉਣ ਦੀ ਆਗਿਆ ਦਿੱਤੀ। ਉਹਨਾਂ ਨੇ ਦੋਹਾਂ ਨੂੰ ਬਹੁਤ ਬੁਰੀ ਤਰ੍ਹਾਂ ਬੈਂਤਾਂ ਨਾਲ ਮਾਰਿਆ ਅਤੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਅਤੇ ਜੇਲ੍ਹ ਦੇ ਦਰੋਗੇ ਨੂੰ ਆਗਿਆ ਦਿੱਤੀ ਕਿ ਸਾਵਧਾਨੀ ਨਾਲ ਉਹਨਾਂ ਦੀ ਰਖਵਾਲੀ ਕਰਨ। ਉਸਨੇ ਇਸ ਆਗਿਆ ਦੀ ਪ੍ਰਾਪਤੀ ਤੇ ਉਹਨਾਂ ਨੂੰ ਅੰਦਰਲੀ ਕੋਠੜੀ ਵਿਚੜੀ ਬੰਦ ਕਰ ਦਿੱਤਾ ਅਤੇ ਉਹਨਾਂ ਦੇ ਪੈਰ ਕਾਠ ਵਿੱਚ ਠੋਕ ਦਿੱਤੇ। ਅੱਗੇ ਪੜ੍ਹਨਾ ਪਾਸਟਰ ਜੀ? ਇੱਥੇ ਤੱਕ ਅੱਗੇ ਵੀ ਤੁਸੀਂ ਪੜ੍ਹਦੇ ਹੋ। ਅੱਜ ਤੁਸੀਂ ਪਹਿਲੀ ਵਾਰੀ ਪ੍ਰਭੂ ਦਾ ਵਚਨ ਪੜ੍ਹਿਆ ਔਰ ਮੈਂ ਕਈ ਦਿਨਾਂ ਤੋਂ ਦੁਆ ਕਰਦਾ ਪਿਆ ਸੀਗਾ ਔਰ it's such a blessing. Let me pray for you. ਇਸ ਤੋਂ ਪਹਿਲਾਂ ਕਿ ਪ੍ਰਭੂ ਜੀ ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੂੰ ਆਪਣੀ ਬੰਦੀ ਨੂੰ ਦਾ ਮੂੰਹ ਖੋਲਿਆ ਔਰ ਖੁਦਾਵੰਦ ਤੇਰਾ ਵਚਨ ਸਾਡੇ ਕੋਲ ਪੜ੍ਹ ਸਕੀ। ਇਸ ਦੀ ਬਰਕਤ ਪ੍ਰਭੂ ਜੀ ਤੂੰ ਇਸ ਨੂੰ ਔਰ ਇਸ ਦੇ ਪਰਿਵਾਰ ਨੂੰ ਦੇਣਾ ਔਰ ਇਸ ਦਾ ਰਹਿਮ ਪ੍ਰਭੂ ਜੀ ਦੂਰ ਦੂਰ ਤੱਕ ਇਸ ਦੇ ਘਰਾਣੇ ਦੇ ਵਿੱਚ ਫੈਲੇ। ਇਸ ਵਚਨ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਭੂ ਜੀ ਬਰਕਤ ਆ ਉਹ ਇਸ ਦੇ ਘਰਾਣੇ ਦੇ ਲਈ ਹੋਵੇ।
ਅਸੀਂ ਲਿਖਿਆ ਪਿਆਰੇ ਨਾਮ ਦੇ ਵਿੱਚ। ਪ੍ਰਭੂ ਦੇ ਬਚਨ ਦੇ ਇਸ ਵੇਲੇ ਅਸੀਂ ਇੱਕ ਚੀਜ਼ ਇੱਥੇ ਦੇਖਦੇ ਪਏ, ਹੁਣ ਦੋ ਚੀਜ਼ਾਂ ਦਾ ਟਕਰਾਅ ਹੈ। ਦੁਸ਼ਮਣ ਦਾ ਜਿਹੜਾ ਸ਼ੈਤਾਨ ਆ ਉਹਨੇ ਵੀ ਇੱਥੇ ਖਲਾਰਾ ਆਪਣਾ ਕਰਾਇਆ, ਔਰ ਉਹ ਜਿਹੜੇ ਵਿਚਾਰੇ ਮਜਬੂਰ ਲੋਕ ਆ ਉਹਨਾਂ ਨੂੰ ਹੋਰ ਮਜਬੂਰੀ ਦੇ ਵਿੱਚ ਸੁੱਟ। ਇਹ ਜਿਹੜੇ ਹੁੰਦੇ ਸੀਗੇ, ਇਹਨਾਂ ਨੂੰ ਕਿਹਾ ਜਾਂਦਾ ਸੀਗਾ, ਅਗਰ ਪ੍ਰਭੂ ਦੇ ਵਚਨ ਚ ਅਸੀਂ ਦੇਖੀਏ ਤਾਂ ਇਹਨਾਂ ਕੁੜੀਆਂ ਨੂੰ ਔਰਕਲ ਕਿਹਾ ਜਾਂਦਾ ਸੀ, ਪੁੱਛਾਂ ਦੇਣਾ। ਔਰ ਡੈਲਫੀ ਦੇ ਵਿੱਚ ਲਿਜਾ ਕੇ, ਡੈਲਫੀ ਇੱਕ ਇਲਾਕੇ ਦਾ ਨਾਮ ਹੈ, ਉੱਥੇ ਜਾ ਕੇ ਤੁਸੀਂ ਜਿੱਦਾਂ ਔਰਕਲ ਆਫ ਡੈਲਫੀ, ਜਿੱਦਾਂ ਮੈਂ ਉਹਦਾ ਕੱਢਿਆ ਸੀਗਾ ਤੁਹਾਡੇ ਲਈ ਦੇਖਣ ਨੂੰ, ਪਰ ਮੈਂ ਸਮਾਂ ਵਿਅਰਥ ਨਹੀਂ ਕਰਨਾ ਮੰਗਦਾ। ਔਰਕਲ ਆਫ ਡੈਲਫੀ ਦੇ ਵਿੱਚ ਜਾ ਕੇ ਉੱਥੇ ਜਿਹੜੀ ਇੱਕ ਪਹਾੜ ਆ, ਔਰ ਉੱਥੇ ਇੱਕ ਮੰਦਿਰ ਬਣਿਆ ਸੀ ਜਿਹਦੇ ਥੱਲਿਓਂ ਜਿਹੜੀ ਨੈਚੁਰਲ ਗੈਸ ਸੀਗੀ ਉਹ ਨਿਕਲਦੀ ਸੀ, ਔਰ ਉਸ ਕਮਰੇ ਦੇ ਵਿੱਚ ਇਹਨਾਂ ਕੁੜੀਆਂ ਨੂੰ ਉਹ ਘੱਲ ਦਿੰਦੇ ਸੀਗੇ। ਔਰ ਜਿਸ ਲਈ ਉਹ ਨੈਚੁਰਲ ਗੈਸ ਚੜ੍ਹਦੀ ਸੀ ਉਹਨਾਂ ਨੂੰ, ਤੇ ਫਿਰ ਉਹ ਕਮਲ ਜਿਹਾ ਕੁੱਟਣ ਲੱਗ ਪੈਂਦੀ ਸੀ। ਔਰ ਜਿਹੜੀ ਕੁੜੀ ਏਦਾਂ ਹੋਣੀ, ਫਿਰ ਉਹ ਜਿਹੜੇ ਪੰਡੇ ਹੁੰਦੇ ਸੀਗੇ ਉਹ ਫਿਰ ਇਹਨਾਂ ਨੂੰ ਗਾਂਹ ਵੇਚ ਦਿੰਦੇ ਸੀ, ਔਰ ਫਿਰ ਇਹ ਆ ਕੇ ਏਦਾਂ ਰੋਮੀ ਲੋਕਾਂ ਨੂੰ ਆ ਕੇ ਤੇ ਪੁੱਛਾਂ ਦਿੰਦੇ ਹੁੰਦੇ ਸੀ। ਔਰ ਪ੍ਰਭੂ ਨੇ ਉਸ ਬੱਚੀ ਤੇ ਕਿਰਪਾ ਕਰਨੀ ਸੀ। ਔਰ ਅਫਕੋਰਸ ਜੇ ਤੁਸੀਂ ਗੰਦੀਆਂ ਆਤਮਾਵਾਂ ਲੱਭਣ ਜਾਓਗੇ ਤਾਂ ਕੋਈ ਨਾ ਕੋਈ ਤਾਂ ਲੜੇ ਜਾਏ, ਔਰ ਉਹ ਜਿਹੜੀ ਵੈਰੀ ਦੀ ਕੋਈ ਨਾ ਕੋਈ ਆਤਮਾ ਉਹਨਾਂ ਦੇ ਉੱਤੇ ਹੁੰਦੀ ਸੀ, ਤੇ ਉਹ ਇਸ ਤਰ੍ਹਾਂ ਆ ਕੇ ਲੋਕਾਂ ਨੂੰ ਪੁੱਛਾਂ ਦਿੰਦੇ ਹੁੰਦੇ ਸੀ। ਉਹ ਕੁੜੀ ਇਸ ਵੇਲੇ ਇੱਕ ਦਾਸ ਦੀ ਤਰ੍ਹਾਂ ਉੱਥੇ ਜੀ ਰਹੀ, ਔਰ ਉਹ ਆਪਣੀਆਂ ਪੁੱਛਾਂ ਦੇ ਦੁਆਰਾ ਜਿਨ੍ਹਾਂ ਨੇ ਉਸਨੂੰ ਖਰੀਦ ਕੇ ਲਿਆਂਦਾ ਸੀ, ਔਰ ਜਿਹੜਾ ਉਸ ਸ਼ਹਿਰ ਦੇ ਵਿੱਚ ਮੰਦਿਰ ਹੋਏਗਾ, ਉਹ ਕਾਫੀ ਪੈਸਾ ਉਹਨਾਂ ਦੇ ਲਈ ਬਣਾਉਂਦੀ ਸੀ, ਕਾਫੀ ਧਨ ਉਹਨਾਂ ਦੇ ਲਈ ਬਣਾਉਂਦੀ ਸੀ। ਔਰ ਜਿਸ ਵੇਲੇ ਉਹ ਪੌਲੁਸ ਨੂੰ ਉਸਨੇ ਦੇਖਿਆ ਤਾਂ ਅਜੀਬ ਚੀਜ਼ ਇਹ ਹੈ ਕਿ ਉਸ ਬੱਚੀ ਦੇ ਵਿੱਚ ਜਿਹੜੀ ਆਤਮਾ ਆ ਨਾ, ਉਹ ਵੀ ਚਲਾ ਕੇ ਕਹਿੰਦੀ ਪਈ ਹੈ ਕਿ ਇਹ ਪ੍ਰਭੂ ਦੇ ਦਾਸ, ਇਹ ਤੁਹਾਨੂੰ ਮੁਕਤੀ ਦੇ ਬਾਰੇ ਦੱਸਦੇ। ਪੌਲ ਹਾਲੇ ਤੱਕ ਉੱਥੇ ਉਹਨਾਂ ਦੀ ਅੱਡੀਆਂ ਨਹੀਂ ਮਿੱਧਣਾ, ਉਹ ਲੱਭ ਰਿਹਾ ਕਿ ਕਿੰਨੇ ਕੁ ਹੋਰ ਯਹੂਦੀ ਇਸ ਇਲਾਕੇ ਦੇ ਵਿੱਚ ਹੈਗੇ, ਉਹਨਾਂ ਨੂੰ ਪ੍ਰਭੂ ਦਾ ਵਚਨ ਪਹਿਲਾਂ ਸੁਣਾਇਆ ਜਾਏ, ਕਿਉਂਕਿ ਇਹੀ ਉਸਦੀ ਰੀਤ ਸੀ। ਔਰ ਉਸ ਤੋਂ ਬਾਅਦ ਜਿੰਨੇ ਵੀ ਦੂਸਰੀ ਕੌਮ ਦੇ ਆਉਂਦੇ ਸੀਗੇ, ਉਹਨਾਂ ਨੂੰ ਉਹ ਪ੍ਰਭੂ ਦਾ ਵਚਨ ਸੁਣਾਉਂਦਾ ਸੀ। ਲੇਕਿਨ ਜਿਸ ਵੇਲੇ ਇਹ ਕੁੜੀ ਨਹੀਂ ਹਟੀ, ਔਰ ਪ੍ਰਭੂ ਉਸਨੂੰ ਬਾਰ-ਬਾਰ ਉਹਦੇ ਕੋਲ ਲੈ ਕੇ ਆ ਰਿਹਾ, ਪ੍ਰਭੂ ਦੀ ਜਿੱਤ ਦੇਖੋ, ਉਸਨੂੰ ਬਾਰ-ਬਾਰ ਪੌਲ ਦੇ ਕੋਲ ਲੈ ਕੇ ਆ ਰਿਹਾ, ਤਾਂ ਉਸਨੇ ਉਸਨੂੰ ਦਬਕਾ ਮਾਰਿਆ ਕਿ ਤੂੰ ਇਸ ਦੇ ਵਿੱਚੋਂ ਨਿਕਲ ਜਾ। ਔਰ ਯਿਸੂ ਦੀ ਕਿਰਪਾ ਹੋਈ, ਉਹ ਆਤਮਾ ਉਸੇ ਵੇਲੇ ਉਸਦੇ ਵਿੱਚ ਨਿਕਲ ਗਈ। ਔਰ ਘਰਦਿਆਂ ਲੋਕਾਂ ਨੇ ਦੇਖ ਲਿਆ ਵੀ ਇਹ ਤਾਂ ਨੋਰਮਲ ਆ, ਹੁਣ ਇਹ ਸਾਡੇ ਲਈ ਕੀ ਹੈ, ਤਾਂ ਉਹਨਾਂ ਨੇ ਉਸਨੂੰ ਵੀ ਘਰੋਂ ਕੱਢ ਦਿੱਤਾ, ਕਿਉਂਕਿ ਹੁਣ ਤਾਂ ਖਰਚਾ ਸੀ ਉਹਦਾ ਜੇ ਰੱਖ ਦੇਗੀ। ਔਰ ਉਹਨਾਂ ਨੇ ਪੌਲ ਨੂੰ ਵੀ ਲੈ ਆਏ, ਅਧਿਕਾਰੀਆਂ ਦੇ ਸਾਹਮਣੇ ਲੈ ਆਏ, ਤੇ ਇਸ ਬੰਦੇ ਨੇ ਉਹ ਚੀਜ਼ਾਂ ਦਾ ਪ੍ਰਚਾਰ ਕਰਦਾ ਪਿਆ ਜਿਹੜੀਆਂ ਜਿਹੜੇ ਅਸੀਂ ਰੋਮਨ ਆ, ਜਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਆ, ਸਾਡੇ ਲਈ ਮੰਨਣਾ ਬਹੁਤ ਮੁਸ਼ਕਲ। ਸੋ ਉਹਨਾਂ ਨੇ ਪੌਲ ਦੇ ਔਰ ਸੀਲਾਸ ਦੋਨਾਂ ਨੂੰ ਕੁੱਟ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਇਹ ਸਾਰਾ ਕੁਛ ਗਲਤੀਆ ਦੇ ਇਲਾਕਿਆਂ ਦੇ ਵਿੱਚ ਹੁੰਦਾ ਪਿਆ। ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ, ਔਰ ਦਰੋਗੇ ਨੂੰ ਕਹਿ ਦਿੱਤਾ ਕਿ ਤੂੰ ਇਹਨਾਂ ਦੀ ਚੰਗੀ ਤਰ੍ਹਾਂ ਰਖਵਾਲੀ ਕਰ, ਕਿਉਂਕਿ ਅਗਲੇ ਦਿਨ ਦੇ ਲਈ ਕੋਈ ਪਲਾਨ ਸੀ ਉਹਨਾਂ ਦੇ ਕੋਲ। ਔਰ ਉਸਨੇ ਵੀ ਜਿਹੜੀ ਅੰਦਰ ਦੀ ਜਿਹੜੀ ਕੋਠੜੀ ਹੁੰਦੀ ਸੀ ਉਹਨਾਂ ਦੀ ਸੀਗੀ, ਜਿਹੜੀ ਬਹੁਤ ਜ਼ਿਆਦਾ ਕਹਿੰਦੇ ਕਹਾਉਂਦੇ ਕੈਦੀਆਂ ਵਾਸਤੇ ਹੁੰਦੀ ਸੀ, ਉਹਨਾਂ ਨੇ ਉਹਦੇ ਵਿੱਚ ਜਾ ਕੇ ਇੱਕ ਤਾਂ ਉਹਨਾਂ ਨੂੰ ਬੰਨਿਆ, ਕਾਠ ਦੇ ਮੰਜੀ ਤੇ ਲਾ ਦਿੱਤਾ, ਔਰ ਕਾਠ ਦੇ ਵਿੱਚ ਠੋਕ ਦਿੱਤਾ ਤਾਂ ਕਿ ਹਿੱਲ ਵੀ ਨਾ ਸਕਣ। ਔਰ ਜਿਸ ਵੇਲੇ ਪ੍ਰਭੂ ਨੇ
ਹੁਣ ਇੱਕ ਵੱਡਾ ਕੰਮ ਉੱਥੇ ਕਰਨਾ। ਪੌਲੁਸ ਜਿਹੜਾ ਲੱਭਦਾ ਪਿਆ ਉਹ ਯਹੂਦੀਆਂ ਨੂੰ ਲੱਭਦਾ ਪਿਆ। ਇੱਥੇ ਇਸ ਇਲਾਕੇ ਜੀ ਯਹੂਦੀ ਕਹਿੰਦੇ ਪਹਿਲਾਂ ਉਹਨਾਂ ਨੂੰ ਪ੍ਰਭੂ ਦਾ ਵਚਨ ਸੁਣਾਓ, ਲੇਕਿਨ ਪ੍ਰਭੂ ਦਾ ਪਲਾਨ ਬਿਲਕੁਲ ਅਲੱਗ ਸੀ। ਸੋ ਆਓ ਅਸੀਂ ਇਸ ਨੂੰ 25 ਤੋਂ ਲੈ ਕੇ 34 ਤੱਕ ਜਿਸ ਨੂੰ ਮਿਲ ਜਾਏ। ਮੈਂ ਪੜ੍ਹ ਦਿੰਦਾ ਪਾਸਟਰ ਜੀ। ਮੇਰੇ ਲਗਭਗ ਅੱਧੀ ਰਾਤ ਦੇ ਵੇਲੇ ਪੌਲੁਸ ਅਤੇ ਸਿਲਾਸ ਪ੍ਰਾਰਥਨਾ ਕਰ ਰਹੇ ਸਨ। ਉਹ ਪਰਮੇਸ਼ਰ ਦੀ ਵਡਿਆਈ ਭਜਨ ਗਾ ਕੇ ਕਰ ਰਹੇ ਸਨ ਅਤੇ ਕੈਦੀ ਬਹੁਤ ਧਿਆਨ ਨਾਲ ਸੁਣ ਰਹੇ ਸਨ। ਅਚਨਚੇਤ ਇੱਕ ਵੱਡਾ ਭੁਚਾਲ ਆਇਆ ਜਿਸ ਨਾਲ ਜੇਲ੍ਹ ਦੀਆਂ ਨੀਹਾਂ ਤੱਕ ਹਿੱਲ ਗਈਆਂ। ਉਸ ਵੇਲੇ ਸਾਰੇ ਦਰਵਾਜ਼ੇ ਖੁੱਲ ਗਏ ਅਤੇ ਸਭ ਕੈਦੀ ਬੰਧਨਾਂ ਤੋਂ ਮੁਕਤ ਹੋ ਗਏ। ਦਰੋਗੇ ਦੀ ਜਾਗ ਵੀ ਖੁੱਲ ਗਈ ਅਤੇ ਜਦੋਂ ਉਸ ਦੇਖਿਆ ਕਿ ਜੇਲ੍ਹ ਦੇ ਦਰਵਾਜ਼ੇ ਖੁੱਲੇ ਹਨ ਤਾਂ ਉਸ ਨੇ ਇਹ ਸੋਚ ਕੇ ਕਿ ਸਾਰੇ ਕੈਦੀ ਫਰਾਰ ਹੋ ਗਏ ਹਨ, ਤਲਵਾਰ ਕੱਢੀ ਅਤੇ ਆਪਣੇ ਆਪ ਨੂੰ ਮਾਰਨਾ ਚਾਹਿਆ। ਇਸ ਤੇ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਆਪਣੇ ਆਪ ਨੂੰ ਕੋਈ ਹਾਨੀ ਨਾ ਪਹੁੰਚਾ, ਕਿਉਂਕਿ ਅਸੀਂ ਸਾਰੇ ਇੱਥੇ ਹੀ ਹਾਂ। ਫਿਰ ਦਰੋਗੇ ਨੇ ਲੋ ਮੰਗਵਾਈ, ਇੱਕਦਮ ਅੰਦਰ ਗਿਆ। ਉਹ ਕੰਬਦਾ ਹੋਇਆ ਪੌਲੁਸ ਅਤੇ ਸਿਲਾਸ ਦੇ ਅੱਗੇ ਢਹਿ ਪਿਆ। ਫਿਰ ਉਹ ਉਹਨਾਂ ਨੂੰ ਬਾਹਰ ਲੈ ਗਿਆ ਤੇ ਪੁੱਛਣ ਲੱਗਾ, ਸ੍ਰੀਮਾਨ ਜੀ, ਮੈਨੂੰ ਮੁਕਤੀ ਪ੍ਰਾਪਤੀ ਲਈ ਕੀ ਕਰਨਾ ਚਾਹੀਦਾ ਹੈ? ਉਹਨਾਂ ਨੇ ਉੱਤਰ ਦਿੱਤਾ, ਪ੍ਰਭੂ ਯੀਸ਼ੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਪਰਿਵਾਰ ਮੁਕਤੀ ਪਾਓਗੇ। ਉਹਨਾਂ ਨੇ ਉਸ ਨੂੰ ਅਤੇ ਉਸ ਦੇ ਸਾਰੇ ਪਰਿਵਾਰ ਦੇ ਲੋਕਾਂ ਨੂੰ ਪ੍ਰਭੂ ਦਾ ਸੰਦੇਸ਼ ਸੁਣਾਇਆ। ਉਹ ਰਾਤ ਨੂੰ ਉਸੇ ਘੜੀ ਉਹਨਾਂ ਨੂੰ ਲੈ ਕੇ ਗਿਆ ਅਤੇ ਉਹਨਾਂ ਦੇ ਜ਼ਖਮ ਧੋਤੇ। ਫਿਰ ਉਸਨੇ ਆਪਣੇ ਪਰਿਵਾਰ ਸਮੇਤ ਉਸੇ ਵੇਲੇ ਬਪਤਿਸਮਾ ਲਿਆ। ਇਸ ਦੇ ਪਿੱਛੋਂ ਉਹ ਪੌਲੁਸ ਅਤੇ ਸਿਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਅੱਗੇ ਭੋਜਨ ਰੱਖਿਆ। ਉਹ ਅਤੇ ਉਸ ਦਾ ਪਰਿਵਾਰ ਖੁਸ਼ ਸਨ ਕਿ ਉਸਨੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਹੈ। ਇੱਥੇ ਤੱਕ ਜੀ ਕਿ ਸਾਰਾ ਹੀ ਇੱਥੇ ਤੱਕ। ਹੁਣ ਤੁਸੀਂ ਇੱਕ ਚੀਜ਼ ਦੇਖੋ ਕਿ ਪ੍ਰਭੂ ਇੱਕ ਕੰਮ ਕਰ ਰਿਹਾ। ਪ੍ਰਭੂ ਇੱਕ ਕੰਮ ਇੱਥੇ ਬਹੁਤ ਵੱਡਾ ਕੰਮ ਕਰ ਰਿਹਾ। ਉਹਨਾਂ ਨੇ ਉਸ ਨੂੰ ਲਿਜਾ ਕੇ ਜੇਲ੍ਹ ਦੇ ਵਿੱਚ ਅੰਦਰ ਠੋਕ ਦਿੱਤਾ, ਉੱਥੇ ਕਾਠ ਦੇ ਵਿੱਚ ਠੋਕ ਦਿੱਤਾ। ਐਂਡ ਇਟ ਇਜ਼ ਵੈਰੀ ਪੇਨਫੁਲ, ਬਹੁਤ ਪੇਨਫੁਲ ਹੈ। ਉਹਨਾਂ ਨੇ ਜਿਸਲੇ ਰਾਤ ਹੋਈ ਤੇ ਉਹਨਾਂ ਨੇ ਪ੍ਰਭੂ ਦਾ ਭਜਨ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਦੁੱਖ ਦੇ ਵਿੱਚ ਬੈਠਿਆਂ ਨੇ ਉਹਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ। ਔਰ ਕੈਦੀ ਵੀ ਬੜੇ ਧਿਆਨ ਦੇ ਨਾਲ ਸੁਣਦੇ ਪਏ ਆ ਕਿ ਇਹ ਕਿੱਦਾਂ ਦੇ ਬੰਦੇ। ਅਸੀਂ ਹੁੰਦੇ ਇਸ ਤੇ ਗਾਲਾਂ ਕੱਢਣੀਆਂ ਸੀ, ਅਸੀਂ ਤਾਂ ਉਹਨਾਂ ਦਾ ਦਰੋਗੇ ਨੂੰ ਦੱਸ ਦੇਣਾ ਸੀਗਾ ਭਈ ਜਿਹੜੀ ਗਾਲ ਉਹਨੇ ਕਦੀ ਸੁਣੀ ਵੀ ਨਹੀਂ ਸੀਗੀ, ਅਸੀਂ ਤਾਂ ਉਹ ਕੱਢਣੀਆਂ ਸੀ। ਤੇ ਇਹ ਅੰਦਰ ਬੜੀ ਖੁਸ਼ੀ ਦੇ ਨਾਲ ਭਜਨ ਬੰਦਗੀ ਕਰਦੇ ਪਏ। ਪਰ ਪ੍ਰਭੂ ਨੇ ਉਹ ਭਜਨ ਬੰਦਗੀ ਉਹਨਾਂ ਦੀ ਸੁਣੀ, ਜਿਹੜੀ ਦੁੱਖ ਦੇ ਵਿੱਚ ਬੈਠੇ ਉਹ ਕਰਦੇ ਪਏ। ਔਰ ਇੱਕ ਬਹੁਤ ਵੱਡਾ ਮਿਰਾਕਲ ਇੱਥੇ ਅਸੀਂ ਇੱਕ ਭੁਚਾਲ ਆਉਂਦਾ ਦੇਖਦੇ। ਔਰ ਇਹ ਜਿਹੜਾ ਭੁਚਾਲ ਜਿਸਲੇ ਆਉਂਦਾ ਪਿਆ ਤਾਂ ਇਹ ਭੁਚਾਲ ਦੀਵਾਰਾਂ ਨੂੰ ਢਾਉਂਦਾ ਨਹੀਂ ਪਿਆ। ਪਿਛਲੇ ਦਿਨੀ ਇਸੇ ਇਲਾਕੇ ਦੇ ਵਿੱਚ ਭੁਚਾਲ ਆਇਆ, ਟਰਕੀ ਦੇ ਵਿੱਚ ਆਇਆ ਸੀ। ਜਿਹੜਾ ਟਰਕੀ ਦੇਸ਼ ਹੈ ਨਾ ਉਹਦੇ ਵਿੱਚ ਆਇਆ ਗਲੇਸ਼ੀਆ ਦਾ ਇਲਾਕਾ। ਪਿਛਲੇ ਦਿਨ ਇਸੇ ਇਲਾਕੇ ਦੇ ਵਿੱਚ ਭੁਚਾਲ ਔਰ ਉਸਨੇ ਕਹਿੰਦੀਆਂ ਕਹਾਉਂਦੀਆਂ ਇਮਾਰਤਾਂ ਨੂੰ ਮਿੱਟੀ ਦਾ ਢੇਰ ਬਣਾ। ਲੇਕਿਨ ਇਹ ਭੁਚਾਲ ਕਿੱਦਾਂ ਦਾ ਆ ਜਿਹੜਾ ਸਿਰਫ ਜੰਜੀਰਾਂ ਨੂੰ ਖੋਲਦਾ ਪਿਆ, ਜਿਹੜੀਆਂ ਕੈਦੀਆਂ ਦੇ ਬੰਨੀਆਂ ਤੇ ਦਰਵਾਜ਼ਿਆਂ ਨੂੰ ਖੋਲਦਾ ਪਿਆ, ਬਾਕੀ ਬਿਲਡਿੰਗ ਨੂੰ ਕੋਈ ਨੁਕਸਾਨ। ਆਓ ਇਸ ਭੁਚਾਲ ਨੂੰ ਮਿਲੀਏ, ਮੇਰੇ ਨਾਲ ਮੱਤੀ ਦੇ ਵਿੱਚ ਆ। ਮੱਤੀ ਦਾ 28ਵਾਂ ਪਾਠ ਔਰ ਉਸਦੀ 1 ਆਇਤ ਤੋਂ ਲੈ ਕੇ 8 ਆਇਤ ਤੱਕ ਕੋਈ ਜਣਾ ਪੜੇ। 10 ਤੱਕ ਪੜ੍ਹ ਦਿਓ, 1 ਤੋਂ 10। ਮੈਂ ਪੜ੍ਹ ਦੇਣਾ ਪਾਸਟਰ ਜੀ। ਹਾਂਜੀ। ਪ੍ਰਭੂ ਯੀਸ਼ੂ ਦਾ ਜੀ ਉੱਠਣਾ।
58 ਪੰਨਾ ਅਗਰ ਤੁਸੀਂ ਲੱਭਦੇ ਪਏ ਆ ਨਵੇਂ ਨਿਯਮ 58 ਪੰਨਾ। ਹਾਂਜੀ ਗੋ ਅਹੈਡ। 58 ਪੰਨਾ। ਪ੍ਰਭੂ ਯੀਸ਼ੂ ਦਾ ਜੀ ਉੱਠਣਾ। ਸਬਤ ਦੇ ਪਿੱਛੋਂ ਐਤਵਾਰ ਦੇ ਦਿਨ ਅੰਮ੍ਰਿਤ ਵੇਲੇ ਸੂਰਜ ਨਿਕਲਣ ਤੋਂ ਪਹਿਲਾਂ ਮਰੀਅਮ ਮਗਦਲੀਨੀ ਅਤੇ ਦੂਜੀ ਮਰੀਅਮ ਕਬਰ ਦੇਖਣ ਲਈ ਗਈਆਂ, ਪਰ ਅਚਾਨਕ ਇੱਕ ਵੱਡਾ ਭੁਚਾਲ ਆਇਆ, ਜਿਸ ਦੇ ਨਾਲ ਹੀ ਪ੍ਰਭੂ ਦਾ ਇੱਕ ਸਵਰਗਦੂਤ ਸਵਰਗ ਤੋਂ ਉੱਤਰ ਆਇਆ। ਉਹ ਆਇਆ ਅਤੇ ਕਬਰ ਤੋਂ ਪੱਥਰ ਨੂੰ ਇੱਕ ਪਾਸੇ ਰੇੜ ਕੇ ਉਸ ਉੱਤੇ ਬੈਠ ਗਿਆ। ਉਹ ਦੇਖਣ ਵਿੱਚ ਬਿਜਲੀ ਦੀ ਤਰ੍ਹਾਂ ਸੀ ਅਤੇ ਉਸ ਦੇ ਕੱਪੜੇ ਬਰਫ਼ ਦੀ ਤਰ੍ਹਾਂ ਚਿੱਟੇ ਸਨ। ਪਹਿਰੇਦਾਰਾਂ ਨੇ ਡਰ ਗਏ ਕਿ ਉਹ ਕੰਬਣ ਲੱਗ ਪਏ, ਇੱਥੋਂ ਤੱਕ ਕਿ ਉਹਨਾਂ ਤੇ ਬੇਹੋਸ਼ੀ ਛਾ ਗਈ। ਸਵਰਗਦੂਤ ਨੇ ਔਰਤ ਨੂੰ ਕਿਹਾ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਯੀਸ਼ੂ ਨੂੰ ਲੱਭ ਰਹੀਆਂ ਹੋ, ਜੋ ਸਲੀਬ ਦਿੱਤੇ ਗਏ ਸਨ। ਉਹ ਇੱਥੇ ਨਹੀਂ ਹਨ, ਉਹ ਆਪਣੇ ਵਚਨ ਦੇ ਅਨੁਸਾਰ ਜੀ ਉੱਠੇ ਹਨ। ਆਓ ਉਹ ਥਾਂ ਦੇਖੋ ਜਿੱਥੇ ਉਹ ਰੱਖੇ ਗਏ ਸਨ। ਉਹ ਹੁਣ ਤੁਰੰਤ ਜਾਓ ਅਤੇ ਉਹਨਾਂ ਚੇਲਿਆਂ ਨੂੰ ਇਹ ਸ਼ੁਭ ਸਮਾਚਾਰ ਦੇਵੋ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠੇ ਹਨ। ਉਹ ਤੁਹਾਡੇ ਅੱਗੇ ਗਲੀਲ ਨੂੰ ਜਾ ਰਹੇ ਹਨ, ਤੁਸੀਂ ਉਹਨਾਂ ਦੇ ਉੱਥੇ ਦਰਸ਼ਨ ਕਰੋਗੇ। ਯਾਦ ਰੱਖੋ, ਮੈਂ ਤੁਹਾਨੂੰ ਇਹ ਦੱਸ ਦਿੱਤਾ ਹੈ। ਇਸ ਲਈ ਉਹ ਤੁਰੰਤ ਹੀ ਡਰਦੀਆਂ ਅਤੇ ਆਨੰਦ ਨਾਲ ਭਰੀਆਂ ਚਲੀਆਂ ਗਈਆਂ। ਉਹ ਦੌੜੀਆਂ ਕੇ ਜਾ ਕੇ ਯੀਸ਼ੂ ਦੇ ਚੇਲਿਆਂ ਨੂੰ ਇਹ ਖਬਰ ਦੇਣ। ਯੀਸ਼ੂ ਨੇ ਅਚਾਨਕ ਉਹਨਾਂ ਨੂੰ ਦਰਸ਼ਨ ਦੇ ਕੇ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਇਸ ਲਈ ਉਹ ਯੀਸ਼ੂ ਕੋਲ ਆਈਆਂ ਅਤੇ ਉਹਨਾਂ ਦੇ ਚਰਨ ਛੂਹ ਕੇ ਉਹਨਾਂ ਨੂੰ ਪ੍ਰਣਾਮ ਕੀਤਾ। ਤਦ ਯੀਸ਼ੂ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਜਾਓ ਅਤੇ ਮੇਰੇ ਭਰਾਵਾਂ ਨੂੰ ਕਹੋ ਕਿ ਉਹ ਗਲੀਲ ਨੂੰ ਜਾਣ, ਉਹ ਉੱਥੇ ਮੇਰਾ ਦਰਸ਼ਨ ਕਰਨਗੇ। ਆਮੇਨ। ਸੋ ਪ੍ਰਭੂ ਦਾ ਸਵਰਗਦੂਤ ਆਇਆ, ਜਿੱਦਾਂ ਹੀ ਉਹਦਾ ਪੈਰ ਧਰਤੀ ਤੇ ਲੱਗਿਆ, ਧਰਤੀ ਹਿੱਲ ਗਈ ਔਰ ਉਸਨੇ ਪੱਥਰ ਨੂੰ ਰੋੜ ਕੇ ਇੱਕ ਪਾਸੇ ਕਰ ਦਿੱਤਾ। ਜੋ ਉੱਥੇ ਗਈਆਂ ਸੀਗੀਆਂ ਉਹਨਾਂ ਨੂੰ ਦਰਸ਼ਨ ਦਿੱਤੇ ਸਵਰਗਦੂਤ ਨੇ, ਔਰ ਉਹਨਾਂ ਨੂੰ ਦੱਸਿਆ ਕਿ ਜੋ ਹੁਕਮ ਮੈਨੂੰ ਮਿਲਿਆ ਮੈਂ ਤੁਹਾਨੂੰ ਦੇ ਰਿਹਾ। ਮੈਨੂੰ ਯਿਸੂ ਨੇ ਹੁਕਮ ਦਿੱਤਾ ਕਿ ਤੁਹਾਨੂੰ ਇਹ ਚੀਜ਼ ਦੱਸਾਂ ਕਿ ਤੁਸੀਂ ਜਾਓ, ਚੇਲਿਆਂ ਨੂੰ ਜਾ ਕੇ ਦੱਸੋ, ਮੇਰੇ ਭਰਾਵਾਂ ਨੂੰ ਜਾ ਕੇ ਦੱਸੋ। ਉਸਨੇ ਕਿਹਾ, ਬੜਾ ਪਿਆਰਾ ਸ਼ਬਦ, ਮੇਰੇ ਭਰਾਵਾਂ ਨੂੰ ਜਾ ਕੇ ਦੱਸੋ ਕਿ ਮੈਂ ਤੁਹਾਨੂੰ ਗਲੀਲ ਦੇ ਵਿੱਚ ਮਿਲੂੰਗਾ, ਮੈਂ ਤੁਹਾਨੂੰ ਗਲੀਲ ਦੇ ਵਿੱਚ ਮਿਲੂੰਗਾ। ਔਰ ਇਹ ਚੀਜ਼ ਕਿਉਂ ਹੋ ਰਹੀ ਹੈ? ਇਹ ਚੀਜ਼ ਕਿਉਂ ਹੋ ਰਹੀ ਹੈ? ਮੈਂ ਇੱਕ ਛੋਟਾ ਜਿਹਾ ਹਿੱਸਾ ਮੈਂ ਪੜ੍ਹਦਾ। ਅਗਰ ਤੁਸੀਂ ਦੇਖਣਾ ਮੰਗਦੇ ਮੇਰੇ ਨਾਲ ਤੇ ਮਰਕਸ ਦੇ ਅਖੀਰਲੇ ਚੈਪਟਰ ਤੇ ਆ ਜਾਓ, 16ਵੇਂ ਪਾਠ ਤੇ। ਔਰ ਅ 95 ਪੰਨਾ ਹੈ। ਉੱਥੇ ਯਿਸੂ ਨੇ ਚੇਲਿਆਂ ਨੂੰ ਦਰਸ਼ਨ ਦਿੱਤੇ ਆ। ਮੈਂ 14 ਆਇਤ ਤੋਂ ਪੜ੍ਹੂੰਗਾ। ਇਸ ਦੇ ਪਿੱਛੋਂ ਉਹਨਾਂ 11 ਚੇਲਿਆਂ ਨੂੰ ਜਦੋਂ ਉਹ ਖਾਣਾ ਖਾ ਰਹੇ ਸਨ ਦਰਸ਼ਨ ਦਿੱਤੇ। ਉਹਨਾਂ ਦੀ ਨਿਸ਼ਚਾਹੀਨਤਾ ਤੇ ਮਨ ਦੀ ਕਠੋਰਤਾ ਦੇ ਲਈ ਉਹਨਾਂ ਨੂੰ ਝਾੜ ਪਾਈ, ਕਿਉਂਕਿ ਉਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਸੀ ਕਿ ਯਿਸੂ ਨੂੰ ਜੀ ਉੱਠਣ ਦੇ ਪਿੱਛੋਂ ਵੇਖਿਆ ਸੀ। ਫਿਰ ਯਿਸੂ ਨੇ ਉਹਨਾਂ ਨੂੰ ਕਿਹਾ, ਜਾਓ, ਸਾਰੇ ਸੰਸਾਰ ਦੇ ਵਿੱਚ ਜਾ ਕੇ ਹਰ ਇੱਕ ਨੂੰ ਸ਼ੁਭ ਸਮਾਚਾਰ ਸੁਣਾਓ। ਉਹ ਜਿਹੜਾ ਵਿਸ਼ਵਾਸ ਕਰੇ ਬਪਤਿਸਮਾ ਲਵੇ, ਬਚਾਇਆ ਜਾਵੇਗਾ, ਪਰ ਉਹ ਜਿਹੜਾ ਵਿਸ਼ਵਾਸ ਨਹੀਂ ਕਰੇਗਾ ਦੋਸ਼ੀ ਠਹਿਰੇਗਾ। ਵਿਸ਼ਵਾਸ ਕਰਨ ਵਾਲਿਆਂ ਦੇ ਲਈ ਇਹ ਚਿੰਨ੍ਹ ਹੋਣਗੇ, ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ। ਜੇਕਰ ਉਹ ਆਪਣੇ ਹੱਥਾਂ ਦੇ ਨਾਲ ਸੱਪ ਵੀ ਚੁੱਕ ਲੈਣ ਤਾਂ ਜ਼ਹਿਰ ਵੀ ਪੀ ਲੈਣ, ਉਹਨਾਂ ਦਾ ਕੁਝ ਨਹੀਂ ਵਿਗੜੇਗਾ। ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋਣਗੇ। ਫਿਰ ਜਦੋਂ ਪ੍ਰਭੂ ਯਿਸੂ ਉਹਨਾਂ ਦੇ ਨਾਲ ਗੱਲਾਂ ਕਰ ਹਟੇ ਤਾਂ ਉਹ ਸਵਰਗ ਦੇ ਵਿੱਚ ਉਠਾ ਲਏ ਗਏ ਅਤੇ ਉਹ ਪਰਮੇਸ਼ਰ ਦੇ ਸੱਜੇ ਹੱਥ ਜਾ ਬੈਠੇ। ਤਦ ਹੁਣ ਦੇਖੋ, ਤਦ ਚੇਲਿਆਂ ਨੇ ਹਰ ਜਗ੍ਹਾ ਜਾ ਕੇ ਪ੍ਰਚਾਰ ਕੀਤਾ। ਪ੍ਰਭੂ ਉਹਨਾਂ ਦਾ ਸਹਾਇਕ ਸੀ। ਉਹ ਨਿਸ਼ਾਨ ਜਿਹੜੇ ਉਹਨਾਂ ਤੋਂ ਹੋ ਰਹੇ ਸਨ, ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰ ਰਹੇ ਸੀ। ਉਹਨਾਂ ਦੇ ਉਪਦੇਸ਼ ਦੀ ਸੱਚਾਈ ਨੂੰ ਸਿੱਧ ਕਰ ਰਹੇ ਸੀ। ਔਰ ਜਿਸ ਲਈ ਅਸੀਂ ਵਾਪਸ ਇੱਥੇ ਚੇਲਿਆਂ ਦੇ ਕਿਤਾਬ ਦੇ 25 ਤੋਂ ਲੈ ਕੇ 34 ਆਇਤ ਤੱਕ ਦੇਖਦੇ ਪਏ ਹਾਂ। ਉਹ ਦਰੋਗੇ ਨੇ ਕਿਉਂ ਉਹਨਾਂ ਨੂੰ ਕਿਹਾ ਕਿ ਮੈਨੂੰ ਦੱਸੋ ਕਿ ਮੁਕਤੀ ਪ੍ਰਾਪਤ ਕਰਨ ਦੇ ਲਈ ਮੈਨੂੰ ਕੀ ਕਰਨਾ ਚਾਹੀਦਾ? ਉਹ ਤਾਂ ਸਿਰਫ ਹਾਲੇ ਯਹੂਦੀਆਂ ਨੂੰ ਵਚਨ ਸੁਣਾਉਂਦੇ ਪਏ। ਉਹ ਦਰੋਗੇ ਨੇ ਇਹ ਚੀਜ਼, ਜਿਹੜਾ ਦੂਸਰੀ ਕੌਮ ਦਾ ਜਿਹੜਾ ਰੋਮਨ ਆ,
ਜਿਹੜਾ ਗਾਲ ਕੌਮ ਦਾ ਬੰਦਾ ਆ, ਉਹਨੇ ਇਹ ਚੀਜ਼ ਕਿੱਦਾਂ ਉਹਨਾਂ ਨੂੰ ਕਹਿ, ਜਿਸ ਵੇਲੇ ਇਹਨਾਂ ਨੇ ਆਪਣਾ ਮੂੰਹ ਬੰਦ ਕਰ ਲਿਆ ਸੀ ਨਾ, ਤੇ ਪ੍ਰਭੂ ਨੇ ਉਸ ਕੁੜੀ ਦੇ ਰਾਹੀਂ, ਜਿਹੜੀ ਬੁਰੀ ਆਤਮਾ ਦੇ ਨਾਲ ਜਕੜੀ ਪਈ ਸੀ ਵਿਚਾਰੀ, ਉਸ ਧੀ ਦੇ ਰਾਹੀਂ ਕਈ ਦਿਨਾਂ ਤੱਕ ਪ੍ਰਚਾਰ ਕਰਾਇਆ। ਕਈ ਦਿਨਾਂ ਤੱਕ ਉਹ ਇਹ ਕਰਦੀ ਰਹੀ। ਔਰ ਉਹ ਉਸ ਇਲਾਕੇ ਦੀ ਔਰਕਲ ਆ, ਪੁੱਛਾਂ ਦੇਣ ਵਾਲੀ, ਜਿਸ ਨੂੰ ਲੋਕ ਮੰਨਦੇ ਆ। ਉੱਥੋਂ ਦਰੋਗੇ ਨੂੰ ਪਤਾ ਲੱਗਾ, ਔਰ ਦਰੋਗੇ ਨੂੰ ਤਾਂ ਵੀ ਪਤਾ ਲੱਗਾ ਕਿ ਇਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਕਿਉਂ ਘੱਲਿਆ। ਔਰ ਕਿਹੜੇ ਬੰਦੇ ਨੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਪਹੁੰਚਾਇਆ ਤੇ ਕਿਉਂ ਪਹੁੰਚਾਇਆ। ਉਹ ਕੁੜੀ ਦਾ ਜਿਹੜਾ, ਉਹਨਾਂ ਦਾ ਜਿਹੜਾ ਮਾਲਕ ਸੀ, ਜਿਹਨਾਂ ਦੀ ਉਹ ਵਿਚਾਰੀ ਗੁਲਾਮ ਸੀਗੀ, ਉਹ ਮਾਲਕਾਂ ਨੇ ਜੇਲ੍ਹ ਦੇ ਵਿੱਚ ਪਹੁੰਚਾਇਆ। ਉਹ ਜਿਹੜੀ ਪਹਿਲਾਂ ਕਮਲ ਕੁੱਟਦੀ ਹੁੰਦੀ ਸੀ, ਹੁਣ ਨਹੀਂ ਕੁੱਟਦੀ ਪਈ। ਇੱਕ ਸਧਾਰਨ ਬੱਚੀ ਆ ਇਸ ਵੇਲੇ, ਕਿਉਂਕਿ ਉਹ ਜਿਹੜੀਆਂ ਆਤਮਾਵਾਂ ਇਨਸਾਨ ਨੂੰ ਬਹੁਤ ਤੰਗ ਕਰਦੀਆਂ, ਉਹ ਬਹੁਤ ਦਿਨੇ ਬਹੁਤ ਪੁੱਠੀਆਂ ਸਿੱਧੀਆਂ ਹਰਕਤਾਂ ਕਰਦੇ ਉਹ ਲੋਕ, ਲੇਕਿਨ ਹੁਣ ਨਹੀਂ ਉਹ ਕਰਦੀ, ਉਹ ਬਿਲਕੁਲ ਆਮ ਬੱਚੀ ਵਰਗੀ। ਇਸ ਕਰਕੇ ਦਰੋਗੇ ਨੇ ਇਹ ਚੀਜ਼ ਪੁੱਛੀ। ਲੇਕਿਨ ਮੇਨ ਚੀਜ਼ ਜਿਹੜੀ ਉਹ ਹੈਗੀ ਆ, ਕੈਦੀ ਕਿਉਂ ਨਹੀਂ ਦੌੜ। ਕੈਦੀਆਂ ਦਾ ਤਾਂ ਇੱਕੋ ਤਾਂ ਸੁਪਨਾ ਹੁੰਦਾ ਹਰੇਕ ਕੈਦੀ ਦਾ, ਕਿਸੇ ਤਰ੍ਹਾਂ ਥੱਲਿਓਂ ਦੀ ਟੋਆ ਕੱਢ ਕੇ ਲੰਘ ਜਾਵਾਂ, ਉੱਤੋਂ ਦੀ ਲੰਘ ਜਾਵਾਂ, ਜੇ ਪਾਰ ਦੇ ਦੇਵੇ ਰੱਬ ਤੇ ਮੈਂ ਉੜ ਕੇ ਇੱਥੋਂ ਦੌੜ ਜਾਵਾਂ। ਜਿਸ ਲਈ ਯੂਸਫ ਕੈਦ ਦੇ ਵਿੱਚ ਸੀਗਾ, ਤੇ ਉੱਥੇ ਉਸਨੇ ਜਿਹੜਾ ਰਾਜਾ ਦਾ ਜਿਹੜਾ ਕੱਪ ਬੇਅਰਰ ਸੀਗਾ, ਜਿਹੜਾ ਟੇਸਟਰ ਸੀਗਾ, ਇਸ ਤੋਂ ਪਹਿਲਾਂ ਰਾਜਾ ਨੂੰ ਖਾਣਾ ਦਿੰਦੇ ਸੀ ਤੇ ਇੱਕ ਬੰਦਾ ਖਾਂਦਾ ਸੀ ਇਹ ਚੀਜ਼ ਦੇ ਵਿੱਚੋਂ, ਫਿਰ ਦੇਖਿਆ ਜਾਂਦਾ ਸੀ ਕਿ ਇਹਨੂੰ ਕੁਛ ਹੋਇਆ ਕਿ ਨਹੀਂ ਹੋਇਆ। ਜੇ ਸਭ ਕੁਛ ਠੀਕ ਆ ਤਾਂ ਫਿਰ ਰਾਜਾ ਖਾਣਾ ਖਾਂਦਾ ਸੀ। ਤੇ ਦੂਸਰਾ ਉਹਦਾ ਜਿਹੜਾ ਕੁੱਕ ਸੀਗਾ, ਉਹਨੇ ਉਹਨਾਂ ਦੋਨਾਂ ਦੇ ਸੁਪਨਿਆਂ ਦੇ ਅਰਥ ਉਹਨੇ ਦੱਸੇ ਸੀਗੇ। ਇੱਕ ਨੂੰ ਦੱਸਿਆ ਸੀ ਕਿ 3 ਦਿਨਾਂ ਬਾਅਦ ਤੇਰੇ ਰਾਜੇ ਨੇ ਤੈਨੂੰ ਮਾਰ ਦੇਣਾ, ਤੂੰ ਚੋਰੀ ਤੋਂ ਕੀਤੀ। ਉਸਨੂੰ ਕਹਿਤਾ ਸੀ ਕਿ 3 ਦਿਨਾਂ ਬਾਅਦ ਰਾਜੇ ਨੇ ਤੈਨੂੰ ਤੇਰੀ ਪੁਰਾਣੀ ਜਗ੍ਹਾ ਉੱਤੇ ਲਾ ਦੇਣਾ, ਪਰ ਮੈਨੂੰ ਯਾਦ ਰੱਖੀ, ਮੈਨੂੰ ਇੱਥੋਂ ਇਸ ਜੇਲ੍ਹ ਚੋਂ ਕਢਾ। ਕੈਦੀ ਤਾਂ ਛੁੱਟਣਾ ਮੰਗਦਾ ਜੇਲ੍ਹ ਚੋਂ, ਸਾਰੇ ਦਰਵਾਜ਼ੇ ਖੁੱਲੇ ਆ, ਸਾਰਾ ਕੁਝ ਖੁੱਲਾ ਹੋ ਜਾ ਨਹੀਂ ਰਿਹਾ। ਉਹਨਾਂ ਨੇ ਕਿਹੜੀ ਚੀਜ਼ ਦੇਖੀ? ਉਹਨਾਂ ਨੇ ਕਿਹੜੀ ਚੀਜ਼ ਦੇਖੀ? 2 ਚੀਜ਼ਾਂ। ਪਹਿਲੀ ਚੀਜ਼, ਕੋਈ ਕੰਧ ਨਹੀਂ ਢੱਕੀ। ਦੂਆ, ਉਹਨਾਂ ਦੇ ਹੱਥਾਂ ਦੇ ਵਿੱਚ ਜਿਹੜੀਆਂ ਜੰਜੀਰਾਂ ਪਾਈਆਂ ਉਹ ਡਿੱਗੀ। ਤੀਸਰੀ ਚੀਜ਼, ਉਹਨਾਂ ਨੇ ਇੱਕ ਐਸੇ 2 ਬੰਦੇ ਦੇਖੇ ਜਿਹੜੇ ਪ੍ਰਭੂ ਦੀ ਉਸਤਤ ਕਰ ਰਹੇ। ਉਹ ਸਾਰੇ ਦੇ ਸਾਰੇ ਉੱਥੇ ਉਹਨਾਂ ਦੇ ਲਾਗੇ ਜਾ ਕੇ ਬੈਠ ਗਏ, ਕਿਉਂਕਿ ਉਹ ਪ੍ਰਭੂ ਦੇ ਵਚਨ ਦਾ ਹੁਣ ਪ੍ਰਚਾਰ ਕਰਦੇ ਪਏ ਆ ਉਹਨਾਂ ਕੈਦੀਆਂ ਨੂੰ। ਤੇ ਪ੍ਰਭੂ ਨੇ ਵੀ ਕਿਹਾ ਸੀ ਕਿ ਮੈਂ ਨਿਸ਼ਾਨਾਂ ਦੇ ਨਾਲ ਸਿੱਧ ਕਰੂੰਗਾ ਕਿ ਹੁਣ ਜਿੱਥੇ ਅਸੀਂ ਨਿਸ਼ਾਨ ਦਿਖਾਉਣ ਦੇ ਲਈ ਜਾਂਦੇ ਹਾਂ ਨਾ, ਉੱਥੇ ਪ੍ਰਭੂ ਦੇ ਮਿਰਾਕਲ ਵੀ ਹੋ ਰਹੇ ਹੁੰਦੇ। ਮਿਰਾਕਲ ਉੱਥੇ ਹੁੰਦੇ ਆ ਜਿੱਥੇ ਪ੍ਰਭੂ ਦੇ ਵਚਨ ਦਾ ਪ੍ਰਚਾਰ ਹੋ ਰਿਹਾ ਹੁੰਦਾ ਔਰ ਮੁਕਤੀ ਦਾ ਪ੍ਰਚਾਰ ਹੋ ਰਿਹਾ। ਇਹ ਚੀਜ਼ ਅਸੀਂ ਇੱਥੇ ਦੇਖਦੇ, ਅਸੀਂ ਇੱਥੇ ਦੇਖਦੇ ਪਏ ਕਿ ਜਿਸ ਵੇਲੇ ਉਹ ਕੈਦੀ ਮੁਕਤ ਹੋ ਗਏ, ਹੁਣ ਪ੍ਰਭੂ ਦਾ ਫਰਿਸ਼ਤਾ ਆਇਆ, ਧਰਤੀ ਤੇ ਉਹਦਾ ਪੈਰ ਲੱਗਾ, ਸਭ ਕੁਝ ਹਿੱਲ ਗਿਆ। ਉਸਨੇ ਸਾਰੀਆਂ ਦੀਆਂ ਜਿਹੜੀਆਂ ਜੰਜੀਰਾਂ ਖੋਲ ਦਿੱਤੀਆਂ, ਉਹਨਾਂ ਨੂੰ ਕਾਠ ਦੇ ਵਿੱਚੋਂ ਖੋਲ ਦਿੱਤਾ। ਔਰ ਉੱਥੇ ਜਿਸ ਲਈ ਉਹਨਾਂ ਨੇ ਇਹ ਚੀਜ਼ ਹੁੰਦੀ ਦੇਖੀ ਤਾਂ ਉਹ ਸਾਰੇ ਉਹਨਾਂ ਦੇ ਆਲੇ ਦੁਆਲੇ, ਦੋਨਾਂ ਜਾਣਿਆਂ ਦੇ ਆਲੇ ਦੁਆਲੇ ਬੈਠ ਗਏ। ਦਰੋਗਾ ਆਇਆ, ਉਹ ਡਰਿਆ ਪਿਆ। ਉਸਨੂੰ ਪਤਾ ਆ ਕਿ ਜੇ ਕੈਦੀ ਦੌੜ ਗਏ ਤਾਂ ਸਵੇਰ ਨੂੰ ਮੇਰੇ ਖਾਨਦਾਨ ਸਮੇਤ ਉਹਨਾਂ ਨੇ ਮੈਨੂੰ ਮਾਰ। ਖਾਨਦਾਨ ਦੀ ਮੌਤ ਆ ਇੱਕ ਪਾਸੇ,
अगर मैं अपने आप को मार लिया तो मेरा खानदान बच जाए, मेरे बच्चे बच जाते। सो की होया 28वीं आयत, इस ते पौलुस ने उच्ची आवाज दे नाल पुकार के कहा कि अपने आप को हानि ना पहुंचा, असीं सारे ही इत्थे। फिर दरोगी ने लो मंगवाई, सारे बंदे जने इत्थे ही है सारे, जिसलिए उसनूं हो गया इत्थे ही आ। फिर दरोगे ने लो मंगवाई, एकदम अंदर गया, वो कंबदा होया पौलुस ते सीलास दे अगे टह पिया। मौत मंगदा पिया सी, सदा दी जिंदगी लगी मैनूं। फिर उसने उन्हां नूं बाहर लै गया ते पुछण लगा, श्रीमान जी मैनूं मुक्ति प्राप्ति दे लई की करना चाहिए? प्रचार किहने कीता? उस कुड़ी ने। मैनूं मुक्ति प्राप्ति दे लई की करना चाहिए? उन्होंने उत्तर दिता, प्रभु यीशु ते विश्वास कर, तू ते तेरा घराना, तू ते तेरा घराना, तेरा परिवार मुक्ति पाओगे। और मैं अपनी भैन कामी दे लई ये मंगदा दुआ, और अपने सारियां दे लई ये दुआ मंगदा, तू ते तेरा घराना नजात पाओगे, मुक्ति पाओगे। और फिर की देखो की होया, उन्होंने उसनूं अते उसदे सारे परिवार दे लोकां नूं प्रभु दा संदेश सुनाया। यानी कि हुण उहदे भरा भैणां जो भी उहदे रिश्तेदार दूरों दूरों जिसले उन्होंने ये सारी गल सुनी तो हुण सारे इकट्ठे हो गए। खुदावन ने दिखाता कि खानदानां दे खानदान भी एक दिन बचा सकते, एक दिन च, और एक मिरेकल दे नाल। उसने उन्होंने उसनूं अते उसदे सारे परिवार दे लोकां नूं प्रभु दा संदेश सुनाया। ਉਹ ਰਾਤ ਨੂੰ ਉਸੇ ਘੜੀ ਉਹਨਾਂ ਦੇ ਕੋਲ ਉਹਨਾਂ ਨੂੰ ਲੈ ਗਿਆ ਅਤੇ ਉਹਨਾਂ ਦੇ ਜ਼ਖਮ ਧੋਤੇ। ਫਿਰ ਉਸਨੇ ਆਪਣੇ ਪਰਿਵਾਰ ਸਮੇਤ ਉਸੇ ਵੇਲੇ ਬਪਤਿਸਮਾ ਲਿਆ, ਔਰ ਇਸ ਦੇ ਪਿੱਛੋਂ ਉਹ ਪੌਲੁਸ ਅਤੇ ਸਿਲਾਸ ਨੂੰ ਆਪਣੇ ਘਰ ਲੈ ਗਿਆ ਅਤੇ ਉਹਨਾਂ ਦੇ ਅੱਗੇ ਭੋਜਨ ਰੱਖਿਆ। ਉਹ ਅਤੇ ਉਸ ਦਾ ਪਰਿਵਾਰ ਖੁਸ਼ ਸਨ ਕਿ ਉਸਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ। सो कौन सी गलतियां दी चर्च जिन्हों एक खत जा रहा जिहड़ा असीं पढ़ना? लुस्त्रा ते उसदा सारा परिवार, वो कुड़ी जिहड़ी पहलां भूत दी छाया दे विच सी ते पुछां दिंदी सी, वो सारे जेल दे कैदी जिहड़े हाले भी जेल च, और ये दरोगे दा सारा परिवार। और प्रभु ने तुसी देखो कि किस तरह एक छोटी जी चर्च उत्ते स्थापित, और टिमोथी नाल जा रहे, नवा प्रचारक जिन्होंने ट्रेन कर रहा वो नाल जा रहा, और ये सारी चीज दे विचों टिमोथी नाल आ, पर उसनूं परे रखिया, दूर रखिया, एक पासे रखिया। और असीं देखते पे हैं कि इत्थे खुदावन ने अपनी चर्च स्थापित कर दी। हुण चर्च रही किदां, उत्थे टिकी किदां रही? प्रभु ने वो भी हुण काम किया। 35 आयत मेरे नाल आ जाओ, और 35 तो लैके 40 तक जिसमें मिले उसमें मैं पढ़ देना बस जी। अगली सवेरे ਨਿਆਂ ਅਧਿਕਾਰੀਆਂ ਨੇ ਆਪਣੇ ਅਫਸਰਾਂ ਦੇ ਰਾਹੀਂ ਇਹ ਕਹਿ ਘੱਲਿਆ, ਉਹਨਾਂ ਆਦਮੀਆਂ ਨੂੰ ਛੱਡ ਦਿੱਤਾ ਜਾਵੇ। ਦਰੋਗੇ ਨੇ ਪੌਲੁਸ ਨੂੰ ਦੱਸਿਆ, ਨਿਆਂ ਅਧਿਕਾਰੀਆਂ ਨੇ ਤੁਹਾਨੂੰ ਛੱਡ ਦੇਣ ਦੀ ਆਗਿਆ ਘੱਲੀ ਹੈ, ਇਸ ਲਈ ਹੁਣ ਬਾਹਰ ਆਓ ਅਤੇ ਸ਼ਾਂਤੀ ਨਾਲ ਜਾਓ। ਪਰ ਪੌਲੁਸ ਨੇ ਉਹਨਾਂ ਨੂੰ ਉੱਤਰ ਦਿੱਤਾ, ਸਾਨੂੰ ਦੋਸ਼ੀ ਸਿੱਧ ਕੀਤੇ ਬਿਨਾਂ ਉਹਨਾਂ ਖੁੱਲ੍ਹੇਆਮ ਮਾਰਿਆ ਹੈ, ਫਿਰ ਸਾਨੂੰ ਰੋਮੀ ਨਾਗਰਿਕ ਹੁੰਦਿਆਂ ਹੋਇਆਂ ਜੇਲ੍ਹ ਵਿੱਚ ਸੁੱਟ ਦਿੱਤਾ। ਉਹ ਹੁਣ ਸਾਨੂੰ ਚੁੱਪਚਾਪ ਬਾਹਰ ਘੱਲ ਦੇਣਾ ਚਾਹੁੰਦੇ ਹਨ। ਇਸ ਤਰ੍ਹਾਂ ਨਹੀਂ ਹੋ ਸਕਦਾ, ਉਹਨਾਂ ਨੂੰ ਹੁਣ ਆਪ ਆਉਣ ਦਿਓ ਤਾਂ ਜੋ ਸਾਨੂੰ ਬਾਹਰ ਲੈ ਜਾਣ। ਅਫਸਰਾਂ ਨੇ ਇਹ ਸਭ ਨਿਆਂ ਅਧਿਕਾਰੀਆਂ ਨੂੰ ਜਾ ਦੱਸਿਆ। ਉਹ ਇਹ ਸੁਣ ਕੇ ਕਿ ਉਹ ਰੋਮੀ ਨਾਗਰਿਕ ਹਨ ਡਰ ਗਏ, ਇਸ ਲਈ ਉਹ ਆ ਕੇ ਉਹਨਾਂ ਨੂੰ ਮਨਾਉਣ ਲੱਗੇ।
ਉਹ ਉਹਨਾਂ ਨੂੰ ਬਾਹਰ ਲੈ ਗਏ ਅਤੇ ਬੇਨਤੀ ਕੀਤੀ ਕਿ ਸ਼ਹਿਰ ਤੋਂ ਚਲੇ ਜਾਓ। ਉਹ ਜੇਲ੍ਹ ਵਿੱਚੋਂ ਨਿਕਲ ਕੇ ਲੁੱਦਿਆ ਦੇ ਘਰ ਗਏ, ਭਰਾਵਾਂ ਨੂੰ ਮਿਲੇ ਅਤੇ ਉਹਨਾਂ ਨੂੰ ਉਤਸ਼ਾਹ ਦੇ ਕੇ ਉੱਥੋਂ ਚਲੇ ਗਏ। ਹੁਣ ਇੱਕ ਉਸ ਜਿਹੜੇ ਉੱਥੇ ਦੇ ਅਧਿਕਾਰੀ ਸੀਗੇ, ਉਹਨਾਂ ਨੇ ਜਿਨ੍ਹਾਂ ਨੇ ਚਰਚ ਨੂੰ ਉੱਥੋਂ ਹਟਾਉਣ ਦੀ ਕੋਸ਼ਿਸ਼ ਕਰਨੀ ਸੀ, ਉਹਨਾਂ ਕੋਲ ਇੱਕ ਗਲਤੀ ਹੋ ਗਈ। ਪੌਲ ਜਿਹੜਾ ਆ ਉਹ ਤਰੋਆਸ ਦਾ ਰਹਿਣ ਵਾਲਾ, ਉਹਦਾ ਬਾਪ ਜਿਹੜਾ ਸੀਗਾ ਉਹ ਰੋਮੀ ਨਾਗਰਿਕ ਸੀ, ਔਰ ਉਹ ਰੋਮੀ ਨਾਗਰਿਕ ਪੌਲ ਦੇ ਕੋਲ ਉੱਥੇ ਦੀ ਸਿਟੀਜ਼ਨਸ਼ਿਪ, ਰੋਮਨ ਸਿਟੀਜ਼ਨਸ਼ਿਪ, ਔਰ ਰੋਮੀ ਨੂੰ ਇਸ ਤਰ੍ਹਾਂ ਤੁਸੀਂ ਬੈਂਤਾ ਨਹੀਂ ਮਾਰ ਸਕਦੇ ਜਿੰਨੀ ਦੇਰ ਤੱਕ ਪੂਰੇ ਦਾ ਪੂਰਾ ਕੇਸ ਚੱਲਦਾ ਨਹੀਂ। ਔਰ ਅਗਰ ਉਸਨੂੰ ਬੈਂਤਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਤੇ ਉਹ ਉਸਨੂੰ ਵੀ ਕਹਿ ਸਕਦਾ ਕਿ ਨਹੀਂ, ਮੈਂ ਅਪਰ ਕੋਰਟ ਦੇ ਵਿੱਚ ਪਹਿਲਾਂ ਜਾਣਾ ਮੈਂ। ਅਗਰ ਉਹ ਇਹ ਜਿੱਦਾਂ ਕਿ ਅਗਰ ਹਾਈ ਕੋਰਟ ਕੋਈ ਤੁਹਾਨੂੰ ਫੈਸਲਾ ਸੁਣਾ ਦਿੰਦੀ ਆ ਤੇ ਤੁਸੀਂ ਉਸ ਫੈਸਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਂਦੇ। ਸੁਪਰੀਮ ਕੋਰਟ ਦੀ ਇੱਕੋ ਜਵਾਬ ਹੁੰਦੀ ਆ, ਜਾਂ ਉਸ ਫੈਸਲੇ ਨੂੰ ਜਿੱਦਾਂ ਦਿੱਤਾ ਗਿਆ ਉਦਾਂ ਮੰਨ ਲੈਂਦੇ ਆ ਤੇ ਜਾਂ ਕਹਿ ਦਿੰਦੀ ਹੈ ਕਿ ਨਹੀਂ, ਇਸ ਦੇ ਵਿੱਚ ਕੋਈ ਗਲਤੀ ਆ, ਹਾਈ ਕੋਰਟ ਨੂੰ ਦੁਬਾਰਾ ਦੇਖਣਾ ਚਾਹੀਦਾ, ਉਹ ਵਾਪਸ ਕਰ ਦਿੰਦੀ ਹੈ। ਸੁਪਰੀਮ ਕੋਰਟ ਕਿਸੇ ਨੂੰ ਸਜ਼ਾ ਨਹੀਂ ਦੇ ਸਕਦੀ, ਉਹ ਸਿਰਫ ਜਿਹੜੇ ਕੇਸਿਸ ਚੱਲ ਰਹੇ ਹੁੰਦੇ ਆ ਉਹਨਾਂ ਨੂੰ ਦੇਖਣ ਦੇ ਲਈ। ਜਿਸ ਵੇਲੇ ਉਸਨੇ ਕਿਹਾ ਕਿ ਤੁਸੀਂ ਮੈਂ ਰੋਮੀ ਨਾਗਰਿਕ, ਅਸੀਂ ਦੋਨੋਂ ਰੋਮੀ ਨਾਗਰਿਕ, ਸਾਨੂੰ ਤੁਸੀਂ ਮਾਰਿਆ ਬਿਨਾਂ ਕਿਸੇ ਕੋਰਟ ਤੋਂ, ਬਿਨਾਂ ਕਿਸੇ ਚੀਜ਼ ਤੋਂ, ਸਾਨੂੰ ਅਪੀਲ ਵੀ ਨਹੀਂ ਕਰਨੀ। ਹੁਣ ਉਹ ਡਰ ਗਏ, ਹੁਣ ਉਹ ਡਰ ਗਏ ਕਿ ਬਣੂਗਾ ਕੀ, ਕਿਉਂਕਿ ਰੋਮੀ ਨਾਗਰਿਕ ਨੂੰ ਖੁੱਲ੍ਹੇਆਮ ਕੋਈ ਵੀ ਧਰਮ ਮੰਨ ਸਕਦਾ। ਰੋਮ ਕਦੀ ਵੀ ਕਿਸੇ ਧਰਮ ਦੇ ਖਿਲਾਫ ਨਹੀਂ ਸੀ ਹੋਇਆ, ਖੁੱਲ੍ਹੇਆਮ ਮੰਨ ਸਕਦਾ ਸੀ। ਲੇਕਿਨ ਫਿਜ਼ੀਕਲੀ ਜਦੋਂ ਤੁਸੀਂ ਸਜ਼ਾ ਦਿੰਦੇ ਪਏ ਆ ਇੱਕ ਰੋਮੀ ਨਾਗਰਿਕ ਨੂੰ, ਉਹ ਵੀ ਬਿਨਾਂ ਪ੍ਰੋਪਰ ਕੰਮ ਕੀਤੇ, ਸਾਰਾ ਕੁਝ ਚੈੱਕ ਕੀਤੇ, ਤਾਂ that's a destruction। ਸੋ ਹੁਣ ਪੌਲ ਤੇ ਸਿਲਾਸ ਨੇ ਜਿਸ ਲਈ ਉਹਨਾਂ ਨੂੰ ਦੱਸਿਆ ਕਿ ਅਸੀਂ ਰੋਮੀ ਨਾਗਰਿਕ ਨੂੰ ਚੱਲਣ ਨੂੰ ਥੰਦੇ ਰਹਿਣਾ ਪੈ, ਔਰ ਇਸ ਦੇ ਨਾਲ ਜਿਹੜਾ ਕਿ ਤੁਸੀਂ ਹੁਣ ਇਹਨਾਂ ਨੂੰ ਨਾ ਛੇੜਿਓ, ਪ੍ਰਭੂ ਦੇ ਵਿੱਚ ਰਹਿਣ ਵਾਲੇ ਬੰਦੇ, ਉਹ ਚਰਚ ਦੀਆਂ ਨੀਆਂ ਹੋ ਚੁੱਕੀਆਂ। ਖਰਾਬਾਂ ਨੇ ਉਸ ਜਿਹੜੀਆਂ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਔਰ ਉਹਨਾਂ ਨੂੰ ਜਿਹੜਾ ਕਾਠ ਦੇ ਵਿੱਚ ਠੋਕਿਆ ਗਿਆ, ਪ੍ਰਭੂ ਨੇ ਉਹ ਤੋਂ ਵੀ ਕੰਮ ਲਿਆ, ਪ੍ਰਭੂ ਨੇ ਉਸ ਚੀਜ਼ ਤੋਂ ਵੀ ਕੰਮ ਕਰ ਲਿਆ। ਇਹ ਹੈ ਪ੍ਰਭੂ ਦੀ ਮਹਾਨਤਾ। ਕਿਸੇ ਵੀ ਚੀਜ਼ ਨੂੰ ਡਿਸਕਾਰਡ ਨਹੀਂ ਕਰਦਾ। ਕੈਦੀਆਂ ਨੇ ਬਚਾਇਆ, ਉਹਨਾਂ ਨੇ ਪਤਾ ਨਹੀਂ ਕਿੱਦਾਂ ਦੇ ਕ੍ਰਾਈਮ ਕੀਤੇ ਹੋਣੇ, ਪ੍ਰਭੂ ਨੇ ਉਹਨਾਂ ਨੂੰ ਬਚਾਇਆ। ਯੋਧਿਆ ਜੋ ਪ੍ਰਭੂ ਦਾ ਬਚਨ ਸੁਣਾ ਸਕਦੀ ਹੈ, ਜਿਸ ਨੂੰ ਪਤਾ ਹੈ ਸਾਰਾ, ਪ੍ਰਭੂ ਨੇ ਉਸਨੂੰ ਬਚਾਇਆ। ਪਰਿਵਾਰਾਂ ਦੇ ਪਰਿਵਾਰ ਬਚਾ ਕੇ ਉਸਨੇ ਚਰਚ ਨੂੰ ਸਥਾਪਿਤ ਕਰ ਦਿੱਤਾ। ਔਰ ਜੋ ਫਿਲਿੱਪੀ ਦੀ ਚਰਚ ਹੈ, ਜੋ ਗਲਾਤੀਆ ਦੀ ਚਰਚ ਹੈ, ਔਰ ਹੁਣ ਪੌਲੁਸ ਨੇ ਜੋ ਜੇਲ੍ਹ ਦੇ ਵਿੱਚ ਬੈਠਾ ਹੈ, ਇਸ ਵੇਲੇ ਰੋਮ ਦੀ ਚਰਚ ਦੇ ਵਿੱਚ ਬੈਠਾ, ਹੁਣ ਉਹਦੇ ਜਿਹੜੇ ਖਤ ਉਹ ਇਹਨਾਂ ਦਾ ਹੌਸਲਾ ਵਧਾਉਣ, ਇਹਨਾਂ ਨੂੰ ਪ੍ਰਭੂ ਦੇ ਵਿੱਚ ਅੱਗੇ ਵਧਾਉਣ ਨੂੰ, ਲੋਕਾਂ ਨੂੰ ਉਹਦੇ ਹੁਣ ਖਤ ਆਉਣੇ ਸ਼ੁਰੂ ਹੋਣੇ। ਸੋ ਅਸੀਂ ਕੱਲ ਨੂੰ ਉਸਦਾ ਪਹਿਲਾ ਚੈਪਟਰ ਦੇਖਾਂਗੇ। ਬੜਾ ਬਲੈਸਿੰਗ ਆ, ਕੱਲ ਨੂੰ ਪਹਿਲਾ ਚੈਪਟਰ।